27/6/2019 ਨੂੰ 19 ਕਰੋੜ 82 ਲੱਖ ਰੁਪਈਆ 65 ਪ੍ਰਾਈਵੇਟ ਕਾਲਜਿਸ ਨੂੰ ਰਿਲੀਜ਼ ਕੀਤਾ ਗਿਆ, ਜਿਹਦਾ ਕੋਈ ਡਾਇਰੀ ਨੰਬਰ ਨਹੀਂ ਸੀਗਾ। ਔਰ ਇਹ ਸਾਰੀਆਂ ਜਿਹੜੀਆਂ ਰਿਲੀਜ਼ ਹੋਏ ਨੇ ਇਹ ਆਨਰੇਬਲ ਮੰਤਰੀ ਸਾਹਿਬ ਸਾਧੂ ਸਿੰਘ ਧਰਮਸੋਤ ਤੇ ਉਹਨਾਂ ਦੇ ਇੱਕ ਡਿਪਟੀ ਡਾਇਰੈਕਟਰ ਜਿਹੜੇ ਹੈਗੇ ਆ ਉਹਨਾਂ ਦੇ ਥਰੂ ਹੋਏ ਨੇ, ਹੋਰ ਕਿਸੇ ਨੂੰ ਕੋਈ ਇਨਫੋਰਮੇਸ਼ਨ ਨਹੀਂ, ਜੋ ਰਿਪੋਰਟ ਕਹਿੰਦੀ ਹੈ। ਹਰਿਆਣੇ ਦੇ ਵਿਜੀਲੈਂਸ ਡਿਪਾਰਟਮੈਂਟ ਦਾ ਇਹ ਵੀ ਵਰਕਆਊਟ ਕੀਤਾ ਕਿ ਇੱਕ ਬੰਦੇ ਨੂੰ ਟਾਊਟ ਨੂੰ ਫੜਿਆ, ਜਿਹੜਾ ਇਸ ਇਨਵੈਸਟੀਗੇਸ਼ਨ ਦਾ ਪਾਰਟ ਬਣਾਇਆ ਉਹਨਾਂ ਨੇ। ਉਹ ਬੰਦੇ ਨੂੰ ਤਾਂ ਇਹ ਵੀ ਨਹੀਂ ਪਤਾ ਵੀ ਕਾਲਜ ਹੈ ਵੀ ਕਿ ਨਹੀਂ ਹੈ, ਹਵਾ 'ਚ ਕਾਲਜ ਨੂੰ ਵਜ਼ੀਫੇ ਦੀ ਰਕਮ ਵੰਡਤੀ। ਇਹ ਕੱਲਾ ਸਕਾਲਰਸ਼ਿਪ ਸਕੈਮ ਨਹੀਂ, ਇਹ ਗੈਸ ਸਬਸਿਡੀ ਸਕੈਮ ਵੀ ਨਿਕਲ ਕੇ ਆਏਗਾ, ਇਹ ਫੇਕ ਬੈਂਕ ਅਕਾਊਂਟ ਸਕੈਮ ਵੀ ਨਿਕਲ ਕੇ ਆਏਗਾ, ਇਹ ਹੋਰ ਵੀ ਜਿਹੜੀ ਸਰਕਾਰੀ ਸੁਵਿਧਾਵਾਂ ਸਾਡੇ ਗਰੀਬ ਬੱਚਿਆਂ ਨੂੰ ਦਿੱਤੀਆਂ ਜਾਂਦੀਆਂ ਉਹਨਾਂ ਦੇ ਪੈਸੇ ਦੀ ਵੱਡੀ ਠੱਗੀ ਕਿਵੇਂ ਇੱਕ ਮਾਰੀ ਜਾਂਦੀ ਹੈ, ਉਹ ਇੱਕ ਵੱਡਾ ਗਿਰੋਹ ਜਿਹੜਾ ਨਿਕਲ ਕੇ ਸਾਹਮਣੇ ਆ ਸਕਦਾ ਹੈ। ਅਸੀਂ ਸਿਰਫ ਸੜਕਾਂ ਤੇ ਨਾਅਰੇਬਾਜ਼ੀ ਕਰਨ ਔਰ ਰੌਲਾ ਪਾਉਣ ਜੋਗੇ ਰਹਿ ਜਾਂਦੇ ਆ, ਅਸੀਂ ਇਹਦੇ ਕੰਕਰੀਟ ਕਨਕਲੂਜਨ ਤੱਕ ਨਹੀਂ ਜਾਂਦੇ ਹੈਗੇ। ਪੰਜਾਬ ਸਰਕਾਰ ਅੱਜ ਤੱਕ ਉਸ 'ਚ ਜਵਾਬ ਦੇਣ 'ਚ ਭੱਜ ਰਹੀ ਹੈ, ਜਦਕਿ ਚੀਫ ਸੈਕਟਰੀ ਦੀ ਰਿਪੋਰਟ ਤਿਆਰ ਹੋ ਗਈ, ਤਿਆਰ ਹੋ ਕੇ ਜਿਹਨੇ ਖੁਲਾਸਾ ਕੀਤਾ ਸੀ ਅਫਸਰ ਨੇ ਉਹਨੂੰ ਬਦਲ ਕੇ ਦੂਜੇ ਨੂੰ ਲਗਾ ਦਿੱਤਾ ਗਿਆ। ਮੰਤਰੀ ਉਹੀ ਨੇ, ਮੰਤਰੀ ਨਹੀਂ ਬਦਲਿਆ, ਮੰਤਰੀ ਉਹੀ ਹੈ, ਬਾਕੀ ਡਿਪਾਰਟਮੈਂਟ ਦੇ ਚਿਹਰੇ ਬਦਲਣ ਦੀ ਕੋਸ਼ਿਸ਼ ਕੀਤੀ ਗਈ, ਸ਼ਾਇਦ ਜਾਂ ਮੈਨੇਜ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਦ ਪੰਜਾਬ ਸਰਕਾਰ ਕੋਲ ਰਿਪੋਰਟ ਤਿਆਰ ਹੋ ਚੁੱਕੀ ਹੈ, ਪੰਜਾਬ ਸਰਕਾਰ ਨੇ 1-2 ਅਫਸਰ ਸਸਪੈਂਡ ਵੀ ਕਰਤਿਆ, ਪੰਜਾਬ ਸਰਕਾਰ ਨੇ ਮੰਤਰੀ ਸਾਹਿਬ ਨੂੰ ਕਲੀਨ ਚਿੱਟ ਵੀ ਦੇ ਦਿੱਤੀ, ਫਿਰ ਪੰਜਾਬ ਸਰਕਾਰ ਨੂੰ ਹਾਈ ਕੋਰਟ 'ਚ ਜਵਾਬ ਦੇਣ 'ਚ ਕੀ ਨੁਕਸਾਨ ਹੈ? ਇਹਦਾ ਮਤਲਬ ਕਿਤੇ ਨਾ ਕਿਤੇ ਦਾਲ ਕਿਆ ਪੂਰੀ ਦਾਲ 'ਚ ਕਾਲਾ ਕੀ ਪੂਰੀ ਦਾਲ ਹੀ ਕਾਲੀ ਹੈ। ਕਿਤੇ ਸੈਂਟਰ ਨੂੰ ਵੀ ਇਹ ਭਾਫ ਲੱਗ ਗਈ ਵੀ ਜੇ ਅਸੀਂ ਪੰਜਾਬ ਦੇ ਇਸ ਘਪਲੇ 'ਚ ਆਪਣਾ ਹੱਥ ਪਾ ਲਿਆ ਤੇ ਜਿਵੇਂ CBI ਨੇ ਪਰਤਾਂ ਖੋਲੀਆਂ ਹੋਈਆਂ ਨੇ ਹਿਮਾਚਲ ਦੀਆਂ ਔਰ ਹਰਿਆਣੇ ਦੀ ਵਿਜੀਲੈਂਸ ਨੇ ਪਰਤਾਂ ਖੋਲੀਆਂ ਹੋਈਆਂ ਨੇ, ਕਿਤੇ ਪੰਜਾਬ ਵਾਲੇ ਕਾਲਜ ਸਾਡੇ ਹਰਿਆਣੇ ਹਿਮਾਚਲ 'ਚ ਨਿਕਲਿਆ ਹੈ ਤਾਂ ਗਾਜ ਸਾਡੇ ਤੇ ਵੀ ਗਿਰੂਗੀ। ਆਮ ਆਦਮੀ ਪਾਰਟੀ ਵਿਰੋਧੀ ਧਿਰ ਉੱਤੇ ਹੈਗੀ ਹੈ। ਆਮ ਆਦਮੀ ਪਾਰਟੀ ਵੀ ਕੋਈ ਖਾਸ ਇਸ ਮਸਲੇ ਤੇ ਉਠਾਉਂਦੀ ਨਜ਼ਰ ਨਹੀਂ ਆ ਰਹੀ। ਚੀਮਾ ਸਾਹਿਬ ਹੋਰ ਮਸਲਿਆਂ ਤੇ ਗੱਲ ਕਰਦੇ ਨੇ, ਔਰ ਅੱਜ ਮਾਣੂਕੇ ਮੈਡਮ ਵੀ ਆਏ ਨੇ, ਉਹਨਾਂ ਵੀ ਸ਼ਾਇਦ ਹੋਰ ਮਸਲੇ ਤੇ ਗੱਲ ਕੀਤੀ। ਇਹ ਮਸਲਾ ਤਾਂ ਤਕਰੀਬਨ ਸਾਰੀਆਂ ਪਾਰਟੀਆਂ ਹੀ ਭੁੱਲ ਗਈਆਂ। ਇੱਕ ਤੁਹਾਡਾ ਸਵਾਲ ਹੈ, ਇੱਕ ਤੁਹਾਡੀ ਅਪੀਲ ਵੀ ਹੈ ਵੀ ਜਿਹੜੀਆਂ ਸਿਆਸੀ ਧਿਰਾਂ ਦੇ ਆਗੂ ਨੇ ਇਹੋ ਜਿਹੇ ਮਸਲੇ ਸਿਰਫ ਤੇ ਸਿਰਫ ਚੋਣਾਂ ਦੇ ਨੇੜੇ ਵੋਟ ਬੈਂਕ ਨੂੰ ਅੱਗੇ ਰੱਖ ਕੇ ਕਰਦੇ ਨੇ, ਤੇ ਕੀ ਤੁਹਾਡੀ ਪਾਰਟੀ ਵੀ ਇਸ ਵਿੱਚ ਸ਼ਾਮਲ ਨਹੀਂ ਲੱਗਦੀ? ਸਕਾਈ ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਮੈਂ ਹਾਂ ਤੁਹਾਡੇ ਨਾਲ RS ਲਿਬਰੇਟ। ਸਰਕਾਰਾਂ ਦੇ ਵਿੱਚ ਬੜੀਆਂ ਧਾਂਦਲੀਆਂ ਹੁੰਦੀਆਂ ਨੇ, ਧਾਂਦਲੀਆਂ ਸਰਕਾਰ ਆਪਣੇ ਮੰਤਰੀਆਂ ਨੂੰ ਬਚਾ ਲੈਂਦੀ ਹੈ, ਅਫਸਰਾਂ ਨੂੰ ਕਿਤੇ ਨਾ ਕਿਤੇ ਉਸ ਦਾ ਖਮਿਆਜ਼ਾ ਭੁਗਤਣਾ ਪੈਂਦਾ ਹੈ। ਬੀਤੇ ਦਿਨੀ ਵੀ ਪੋਸਟ ਸਕਾਲਰਸ਼ਿਪ ਮਾਮਲਾ ਬਹੁਤ ਵੱਡਾ ਸਕੈਮ ਸਾਹਮਣੇ ਆਇਆ ਸੀ, ਜਿਸ ਦੇ ਵਜ਼ੀਰ ਸੀ ਮੌਜੂਦਾ ਸਰਕਾਰ ਦੇ ਸਾਧੂ ਸਿੰਘ ਧਰਮਸੋਤ। ਉਸ ਮਾਮਲੇ ਵਿੱਚ ਸਾਧੂ ਸਿੰਘ ਧਰਮਸੋਤ ਨੂੰ ਸਰਕਾਰ ਨੇ ਕਲੀਨ ਚਿੱਟ ਦੇਤੀ ਤੇ ਕੁਝ ਜਿਹੜੇ ਅਹੁਦੇਦਾਰ ਸੀਗੇ, ਜਿਹੜੇ ਅਧਿਕਾਰੀ ਸੀ, ਉਹਨਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਿਆ। ਇਸ ਚੀਜ਼ ਨੂੰ ਲੈ ਕੇ ਸਿਆਸੀ ਧਿਰਾਂ 'ਚ ਗੁਬਗਬਾਹਟ ਉਸ ਸਮੇਂ ਤਾਂ ਹੋਈ, ਪਰ ਉਸ ਤੋਂ ਬਾਅਦ ਫੇਰ ਸ਼ਾਂਤੀ ਦਾ ਮਾਹੌਲ ਬਣ ਗਿਆ। ਪਰ ਆਮ ਆਦਮੀ ਪਾਰਟੀ ਦੇ ਸਾਬਕਾ ਬੁਲਾਰੇ ਸਤਵੀਰ ਸਿੰਘ ਵਾਲੀਆ ਜੀ ਨੇ ਇਹ ਗੱਲ ਖਟਕਦੀ ਰਹੀ, ਉਹਨਾਂ ਨੇ ਫਿਰ ਇਸ ਸੰਬੰਧੀ ਅਦਾਲਤ ਦਾ ਸਹਾਰਾ ਲਿਆ। ਉਹ ਚਾਹੁੰਦੇ ਆ ਕਿ ਇਹ ਮਾਮਲਾ ਕਿਤੇ ਨਾ ਕਿਤੇ ਇਨਸਾਫ ਤੱਕ ਪਹੁੰਚੇ। ਅੱਜ ਉਹ ਸਾਡੇ ਨਾਲ ਜੁੜੇ ਨੇ, ਦੇਖਦੇ ਹਾਂ ਕਿ ਉਹ ਇਸ ਮਾਮਲੇ ਨੂੰ ਕਿਸ ਤਰ੍ਹਾਂ ਪੈਰਵੀ ਕਰ ਰਹੇ ਨੇ ਤੇ ਕੀ ਉਮੀਦ ਰੱਖਦੇ ਨੇ। ਸਤਵੀਰ ਸਿੰਘ ਵਾਲੀਆ ਸਾਹਿਬ, ਤੁਹਾਡਾ ਸਕਾਈ ਨਿਊਜ਼ ਪੰਜਾਬ ਤੇ ਸਵਾਗਤ ਹੈ। ਥੈਂਕ ਯੂ ਜੀ, ਧੰਨਵਾਦ ਜੀ। ਤੁਸੀਂ ਇਸ ਘਪਲੇ ਦੀ ਕਿਸ ਤਰ੍ਹਾਂ ਘਪਲਾ ਕੀਤਾ ਗਿਆ, ਕਿਸ ਤਰ੍ਹਾਂ ਘਪਲਾ ਹੋਇਆ, ਸਰਕਾਰ ਜਾਂ ਅਧਿਕਾਰੀ ਕਿਸ ਤਰ੍ਹਾਂ ਮਿਲੇ ਹੋਏ ਹੈ, ਉਹ ਦਰਸ਼ਕਾਂ ਨੂੰ ਖੋਲ੍ਹ ਕੇ ਦੱਸੋ। ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਇੱਕ ਰਿਪੋਰਟ ਜਿਹੜੀ ਜਨਤਕ ਹੋਈ, ਪਰ ਲੀਕ ਵੀ ਕਹਿ ਸਕਦੇ ਹਾਂ, ਮੀਡੀਆ 'ਚ ਲੀਕ ਹੋਈ, ਜਿਹੜੀ ਕਿ ਕਿਰਪਾ ਸ਼ੰਕਰ ਸਰੋਜ ਜੋ ਉਸ ਟਾਈਮ ਪ੍ਰਿੰਸੀਪਲ ਸੈਕਟਰੀ, ਐਡੀਸ਼ਨਲ ਚੀਫ ਸੈਕਟਰੀ ਵੀ ਹੈ ਤੇ ਪ੍ਰਿੰਸੀਪਲ ਸੈਕਟਰੀ ਸੀਨੀਅਰ IAS ਅਫਸਰ, ਉਹਨਾਂ ਨੇ ਇੱਕ ਰਿਪੋਰਟ ਸਬਮਿਟ ਕੀਤੀ ਚੀਫ ਸੈਕਟਰੀ ਨੂੰ, ਜਿਹੜੀ ਕਿ ਲੀਕ ਹੋਈ, ਮੀਡੀਆ 'ਚ ਓਪਨ ਹੋਈ। ਉਹ ਹੋਈ ਤਕਰੀਬਨ ਅਗਸਤ 2020 ਨੂੰ, ਤੇ ਉਹ ਰਿਪੋਰਟ ਕੁਦਰਤੀ ਸਾਡੇ ਵੀ ਮੀਡੀਆ ਦੇ ਤੁਹਾਡੇ ਵਰਗੇ ਭਰਾ ਸਾਥੀ ਜਿਹੜੇ ਉਹਨਾਂ ਦੇ ਤੌਰ ਤੇ ਸਾਡੇ ਹੱਥ ਰਿਪੋਰਟ ਲੱਗੀ, ਤੇ ਅਸੀਂ ਉਸ ਰਿਪੋਰਟ ਨੂੰ ਸੋਚਿਆ ਕਿ ਚੈਲੰਜ ਕਰੀਏ, ਕਿਉਂਕਿ ਅਕਸਰ ਰਾਜਨੀਤਿਕ ਪਾਰਟੀਆਂ ਤੂੰ ਮੈਂ 'ਚ ਪੈ ਜਾਂਦੀਆਂ, ਮੁੱਦੇ ਨੂੰ ਚੱਕਦੀਆਂ, 4 ਦਿਨ ਜਿਵੇਂ ਤੁਸੀਂ ਪਹਿਲਾਂ ਕਿਹਾ 4 ਦਿਨ ਰੌਲਾ ਪਾਉਂਦੀਆਂ, ਫਿਰ ਠੰਡੀਆਂ ਹੋ ਜਾਂਦੀਆਂ, ਫਿਰ ਅੱਗੇ ਦੇਖਦੇ ਵੀ ਮੁੱਦਾ ਕਦੋਂ ਟਾਈਮ ਆਏਗਾ ਮੁੱਦਾ ਚੱਕੀਏ। ਪਰ ਮੇਰੇ ਦਿਲ ਨੂੰ ਇਸ ਚੀਜ਼ ਨੇ ਝੰਜੋੜਿਆ ਕਿ ਜਿਹੜੇ ਸਾਡੇ ਗਰੀਬ ਬੱਚੇ SC ST ਤੇ OBC ਬੱਚੇ ਹੈ, ਉਹ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਹੋ ਰਿਹਾ ਹੈ।
ਪਹਿਲਾਂ ਵੀ ਇਹੀ ਖਿਲਵਾੜ ਦੇ ਕਾਰਨ 2014 ਤੇ 2017 ਤੱਕ 3 ਸਾਲ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਪੈਸਾ ਰੁਕਿਆ ਰਿਹਾ। ਸੈਂਟਰ ਨੇ ਰਿਲੀਵ ਨਹੀਂ ਕੀਤਾ ਕਿਉਂਕਿ ਜਿਹੜਾ ਕਲੀਅਰੈਂਸ ਸਰਟੀਫਿਕੇਟ ਜਿਹੜਾ ਹੁੰਦਾ, ਜਿਹੜਾ UGC ਸਰਟੀਫਿਕੇਟ ਹੁੰਦਾ, ਉਹ ਨਹੀਂ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ। ਇਸਤੇਮਾਲ ਕਰੇ ਜਾਣ ਦਾ ਸਰਟੀਫਿਕੇਟ ਸਰਕਾਰ ਦਿੰਦੀ ਹੈ, ਉਹ ਖੋਇਆ ਨਹੀਂ ਸੀ ਤੇ ਫੰਡ ਰੁਕ ਗਿਆ। ਤਾਂ ਫੰਡ ਰੁਕ ਗਿਆ। ਸੋ ਉਹੀ ਇੱਕ ਟੀਸ ਮਨ ਚ ਸੀਗੀ ਵੀ ਜਿਹੜੇ ਬੱਚੇ ਨਹੀਂ ਪੜ੍ਹ ਸਕਦੇ ਆਪਣੇ ਖਰਚੇ ਨਾਲ, ਤੇ ਜਿਨ੍ਹਾਂ ਵਾਸਤੇ ਸਕੀਮਾਂ ਸੈਂਟਰ ਸਟੇਟ ਗਵਰਨਮੈਂਟ ਬਣਾਉਂਦੀਆਂ ਹੈ, ਤੇ ਕੀ ਉਹ ਚੋਰ ਮੋਰੀਆਂ ਨਾਲ ਜੇ ਕੋਈ ਮੰਤਰੀ ਜਾਂ ਕੋਈ ਹੋਰ ਇਦਾਂ ਦੇ ਲੋਕ ਖਾ ਜਾਣ, ਤੇ ਉਹ ਮੈਨੂੰ ਗਵਾਰਾ ਨਹੀਂ ਰਿਹਾ। ਤੇ ਮੈਂ ਇਹਦਾ ਸਹਾਰਾ ਆਨਰੇਬਲ ਹਾਈ ਕੋਰਟ ਦਾ ਸਹਾਰਾ ਲਿੱਤਾ। ਉਹ ਰਿਪੋਰਟ ਲੈ ਕੇ ਮੈਂ ਨਵੰਬਰ 2020 ਚ ਹੀ ਇੱਕ ਪਬਲਿਕ ਇੰਟਰਸਟ ਲਿਟੀਗੇਸ਼ਨ ਜਿਹੜੀ ਆ ਫਾਈਲ ਕੀਤੀ। ਉਸ ਪਬਲਿਕ ਇੰਟਰਸਟ ਲਿਟੀਗੇਸ਼ਨ ਚ ਮੈਂ ਯੂਨੀਅਨ ਗਵਰਨਮੈਂਟ ਜਿਹੜਾ ਹੈਗਾ, ਜੋ ਮਿਨੋਰਟੀ ਡਿਪਾਰਟਮੈਂਟ ਯੂਨੀਅਨ ਗਵਰਨਮੈਂਟ ਦਾ ਸੋਸ਼ਲ ਜਸਟਿਸ ਐਂਡ ਮਿਨੋਰਟੀ ਡਿਪਾਰਟਮੈਂਟ ਹੈ, ਉਹਨਾਂ ਨੂੰ ਪਾਰਟੀ ਬਣਾਇਆ। ਇਸ ਚ ਪੰਜਾਬ ਸਟੇਟ ਦੇ ਚੀਫ ਸੈਕਟਰੀ ਨੂੰ ਪਾਰਟੀ ਬਣਾਇਆ, ਤੇ ਸੋਸ਼ਲ ਜਸਟਿਸ ਇੰਪਾਵਰਮੈਂਟ ਡਿਪਾਰਟਮੈਂਟ ਪੰਜਾਬ ਸਟੇਟ ਨੂੰ ਬਣਾਇਆ। ਈਵਨ ਕਿ ਮੈਂ ਸਾਧੂ ਸਿੰਘ ਧਰਮਸੋਤ ਨੂੰ ਬਾਈ ਨੇਮ, ਜੋ ਮੰਤਰੀ ਹੈ ਅੱਜ ਵੀ, ਤੇ ਬਾਈ ਨੇਮ ਪਾਰਟੀ ਬਣਾਇਆ ਡਿਪਾਰਟਮੈਂਟ ਦਾ ਕਰਕੇ, ਤੇ ਨਾਲੇ ਮੰਗ ਕੀਤੀ ਆਨਰੇਬਲ ਹਾਈ ਕੋਰਟ ਨੂੰ ਕਿ ਇਹਦੀ CBI ਜਾਂਚ ਕੀਤੀ ਜਾਵੇ, ਤੇ ਨਾਲ CBI ਨੂੰ ਪਾਰਟੀ ਬਣਾਇਆ, ਇੱਕ DGP ਪੰਜਾਬ ਨੂੰ ਪਾਰਟੀ ਬਣਾਵੇ, ਤਾਂ ਕਿ ਐਟਲੀਸਟ ਵੈਰੀ ਫਸਟ ਸਟੇਜ ਤੇ ਇੱਕ FIR ਜ਼ਰੂਰ ਦਰਜ ਕੀਤੀ ਜਾਵੇ ਕਿ ਜਿਹੜਾ ਉਹ ਰਿਪੋਰਟ ਦੇ ਵਿੱਚ ਇੱਕ ਵੱਡਾ ਘੁਟਾਲਾ 64 ਕਰੋੜ 55 ਲੱਖ ਦੇ ਕਰੀਬ ਦਾ ਜੋ ਘੁਟਾਲਾ ਬਿਲਕੁਲ ਸਪਸ਼ਟ ਸਾਹਮਣੇ ਆਇਆ। ਬਾਕੀ ਤਾਂ ਹੋਰ ਖਬਰ ਹੈ ਕਿੰਨਾ ਘੁਟਾਲਾ ਹੋਏਗਾ, ਉਹ ਵੀ ਬਾਰ-ਬਾਰ ਤੱਥ ਕਈ ਹੈਗੇ ਨੇ, ਪਰ ਜਿਹੜਾ ਇੱਕ ਵੱਡਾ ਘੁਟਾਲਾ ਸਾਫ਼ ਹੀ ਸਾਹਮਣੇ ਨਜ਼ਰ ਆਇਆ, ਤੇ ਉਹ ਐਟਲੀਸਟ ਇੱਕ FIR ਦਰਜ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਜਾਵੇ, ਤੇ ਉਹਦੇ ਬਾਰੇ ਮੈਂ ਆਨਰੇਬਲ ਹਾਈ ਕੋਰਟ ਗਿਆ। ਵਾਲੀਆ ਸਾਹਿਬ, ਮੌਜੂਦਾ ਸਥਿਤੀ ਦੇ ਵਿੱਚ ਇਹ ਹੈ ਕਿ ਸਰਕਾਰ ਨੇ ਜੋ ਲੀਪਾਪੋਤੀ ਕਰਨੀ ਸੀ, ਆਪਦੇ ਮੰਤਰੀ ਨੂੰ ਕਲੀਨ ਚਿੱਟ ਦੇਤੀ, ਉਹ 'ਚ ਕੁਛ ਅਧਿਕਾਰੀਆਂ ਤੇ ਹੋਇਆ, ਉਹਨੂੰ ਸਸਪੈਂਡ ਕਰਤਾ। ਜਿਹੜੇ ਸਰਕਾਰੀ ਅਧਿਕਾਰੀ ਨੇ ਰਿਪੋਰਟ ਪੇਸ਼ ਕੀਤੀ, ਉਹਨੂੰ ਲਾਂਭੇ ਕਰ ਦਿੱਤਾ। ਤੁਸੀਂ ਇਹ ਮਾਮਲਾ ਕੀ ਸੀ, ਕਿੰਨੇ ਪੈਸੇ ਦਾ ਮਾਮਲਾ ਸੀ, ਕਿੰਨੇ ਬੰਦੇ ਨਾਲ ਜੁੜਿਆ ਹੋਇਆ ਸੀ, ਇਹ ਥੋੜਾ ਤਫਸੀਲ ਨਾਲ ਦੱਸੋ, ਜਿਹੜਾ ਪਤਾ ਲੱਗੇ ਦਰਸ਼ਕਾਂ ਨੂੰ ਕਿ ਇਹ ਘਪਲਾ ਹੋਇਆ ਕਿਵੇਂ, ਕਿਹੜੇ ਤਰੀਕੇ ਨਾਲ ਹੋਇਆ, ਜਾਂ ਘਪਲੇ ਗਾਹ ਹੁੰਦੇ ਕਿਵੇਂ ਹੈ। ਦੇਖੋ, ਜਿਹੜੀ ਰਿਪੋਰਟ ਸਬਮਿਟ ਹੋਈ ਸੀਗੀ, ਉਸ ਰਿਪੋਰਟ ਦੇ ਆਧਾਰ ਤੇ ਜੇ ਆਪਾਂ ਗੱਲ ਕਰੀਏ, ਤੇ 55 ਲੱਖ ਤਾਂ ਉਸ ਰਿਪੋਰਟ 'ਚ ਸਾਫ਼ ਨਜ਼ਰ ਆਇਆ ਕਿ ਕਿਹਾ ਗਿਆ ਕਿ 55 ਕਰੋੜ ਤਾਂ ਗੋਸਟ ਕਾਲਜਿਸ, ਜਿਨ੍ਹਾਂ ਦੀ ਲਿਸਟ ਹੀ ਨਹੀਂ ਪ੍ਰੋਵਾਈਡ ਹੈਗੀ ਡਿਪਾਰਟਮੈਂਟ 'ਚ, 2 ਫਾਈਲਾਂ ਗਾਇਬ ਨੇ, ਤੇ 55 ਕਰੋੜ ਤਾਂ ਸਿੱਧਾ ਹੀ ਪਤਾ ਹੀ ਨਹੀਂ ਲੱਗ ਰਿਹਾ ਕਿੱਥੇ ਗਿਆ ਜੀ। ਉਸ ਤੋਂ ਬਾਅਦ 16 ਕਰੋੜ, ਮੈਂ ਤੁਹਾਨੂੰ ਦੱਸਦਾ, 16 ਕਰੋੜ ਦੇ ਕਰੀਬ ਉਹ ਕਾਲਜਿਸ ਨੂੰ, 9 ਕਾਲਜਿਸ ਨੂੰ ਡਿਸਬਰਸ ਕੀਤਾ ਗਿਆ, ਜਿਨ੍ਹਾਂ ਦੇ ਖਿਲਾਫ 8 ਕਰੋੜ ਸਮਥਿੰਗ ਆਲਰੇਡੀ ਪਹਿਲਾਂ ਹੀ ਰਿਕਵਰੀ ਪੈਂਡਿੰਗ ਸੀਗੀ, ਡਿਊ ਸੀਗਾ। ਇਹ 9 ਕਾਲਜ ਹੈ ਕਿਹੜੇ ਦੱਸੋ? ਬਕਾਇਆ ਜਿਹੜਾ ਉਹ ਪੈਂਡਿੰਗ ਸੀਗਾ, ਮੈਂ ਤੁਹਾਨੂੰ ਲਿਸਟ ਦੱਸਦਾ ਕਾਲਜਿਸ ਦੀ। ਇਸ 'ਚ D ਕਾਲਮ ਹੈ ਰਿਪੋਰਟ 'ਚ 25 ਨੰਬਰ ਪੇਜ ਤੇ, ਆਲਮੋਸਟ 25 ਨੰਬਰ ਪੇਜ ਹੈ। ਉਸ 'ਚ ਉਹਨਾਂ ਨੇ ਸਰਸਵਤੀ ਪੋਲੀਟੈਕਨਿਕ ਕਾਲਜ ਬਠਿੰਡਾ, ਰੀਜਨਲ ਪੋਲੀਟੈਕਨਿਕ ਕਾਲਜ ਬਠਿੰਡਾ, ਲਾਰਡ ਕ੍ਰਿਸ਼ਨਾ ਪ੍ਰਾਈਵੇਟ ਕਾਲਜ ਕਪੂਰਥਲਾ, ਉਸ ਤੋਂ ਬਾਅਦ ਚਲੋ ਕੋਈ ਨਾ, ਮੋਟੇ ਨਾਮ ਦੱਸ ਦਿਓ। CGC ਕਾਲਜ ਮੋਹਾਲੀ, ਸ਼ਹੀਦ ਊਧਮ ਸਿੰਘ ਕਾਲਜ ਮੋਹਾਲੀ, ਤੇ ਹੋਰ A&M ਇੰਸਟੀਚਿਊਟ ਮੈਨੇਜਮੈਂਟ ਪਠਾਨਕੋਟ। ਇਦਾਂ ਦੇ ਤਕਰੀਬਨ 9 ਕਾਲਜ ਸੀ ਜਿਨ੍ਹਾਂ ਤੋਂ 8 ਕਰੋੜ ਸਮਥਿੰਗ ਦਾ ਬਕਾਇਆ ਪੈਂਡਿੰਗ ਸੀਗਾ ਜੀ, ਤੇ ਪਰ ਉਹਨਾਂ ਨੂੰ 16 ਕਰੋੜ 91 ਲੱਖ ਦੇ ਕਰੀਬ ਪੈਸਾ ਦੇ ਦਿੱਤਾ ਗਿਆ। ਸੋ ਇਹ ਜੇ ਇਕੱਠਾ ਕਰਿਆ ਜਾਵੇ, ਇਹ 64 ਕਰੋੜ ਤੋਂ ਵੀ ਉੱਪਰ ਦਾ ਇੱਕ ਵੱਡਾ ਘਪਲਾ ਜਿਹੜਾ ਬਿਲਕੁਲ ਸਾਹਮਣੇ ਆਉਂਦਾ। ਜਦ ਕਿ ਇੱਕ ਹਾਈ ਪਾਵਰ ਕਮੇਟੀ ਰਿਕਮੈਂਡੇਸ਼ਨ ਜਿਹੜੀ ਦਿੱਤੀ ਗਈ ਸੀਗੀ, ਆਨਰੇਬਲ ਚੀਫ ਮਿਨਿਸਟਰ ਨੇ ਇੱਕ ਮੀਟਿੰਗ ਲਿੱਤੀ 2017 ਚ, 18 ਚ ਸੌਰੀ, 31/5/2018 ਚ ਚੀਫ ਮਿਨਿਸਟਰ ਸਾਹਿਬ ਨੇ ਇੱਕ ਮੀਟਿੰਗ ਲੈ ਕੇ ਕਿਹਾ ਕਿ ਜਿੰਨੇ ਵੀ ਕਾਲਜਿਸ ਤੋਂ ਕਲੇਮ ਲੈਣੇ ਹੈ, ਜਿਨ੍ਹਾਂ ਕੋਲ ਓਵਰਡਿਊ ਜ਼ਿਆਦਾ ਪੈਸਾ ਗਿਆ ਹੋਇਆ, ਉਹ ਆਪਣਾ UGC ਨਹੀਂ ਸਬਮਿਟ ਕਰ ਸਕੇ, ਉਹਨਾਂ ਨੂੰ 9% ਪੈਨਲਟੀ ਲਾ ਕੇ ਤੁਸੀਂ ਉਹਨਾਂ ਤੋਂ ਪੈਸਾ ਰਿਕਵਰ ਕਰੋ ਜੀ। ਔਰ ਡਿਫਾਲਟਰ ਕਾਲਜਿਸ ਨੂੰ ਜੇ 50 ਲੱਖ ਤੋਂ ਉੱਪਰ ਦਾ ਕੋਈ ਅਮਾਉਂਟ, ਡਾਊਟਡ ਅਮਾਉਂਟ ਕਿਸੇ ਨੂੰ ਰਿਲੀਜ਼ ਵੀ ਕਰਨਾ ਹੈ, ਤਾਂ ਉਹ ਐਡਵੋਕੇਟ ਜਨਰਲ ਆਫਿਸ ਨੂੰ ਇੰਟੀਮੇਟ ਕਰਕੇ ਉਹਨਾਂ ਦੀ ਸਲਾਹ ਲੈ ਕੇ ਫਿਰ ਰਿਲੀਜ਼ ਕਰਨਾ ਹੈ। ਪਰ ਇਹ 9 ਕਾਲਜਾਂ ਨੂੰ ਜਿਹੜਾ 16.97 ਕਰੋੜ ਰੁਪਏ 16.97 ਕਰੋੜ ਰੁਪਏ ਜਿਹੜਾ ਡਿਸਬਰਸ ਹੋਇਆ, ਇਹ ਸਾਰੀਆਂ ਉਹ ਨਿਯਮਾਂ ਦੀਆਂ ਧੱਜੀਆਂ
ਆਡਿਟ ਦੀਆਂ ਧੱਜੀਆਂ ਉਡਾ ਕੇ ਰਿਲੀਜ਼ ਹੋਇਆ। 55 ਕਰੋੜ ਤਾਂ ਸਿੱਧਾ ਹੀ ਗੋਸਟ ਕਾਲਜਿਸ ਦਾ ਸੀਗਾ। ਸੋ ਇਹ ਤਾਂ ਇੱਕ ਮੋਟਾ ਵੱਡਾ ਹੀ ਘੁਟਾਲਾ ਸਾਹਮਣੇ ਆਉਂਦਾ ਹੈ। ਤੁਹਾਡਾ ਕਹਿਣ ਦਾ ਮਤਲਬ ਹੈ ਕਿ ਜਿਹੜੇ 55 ਕਰੋੜ ਤੋਂ ਜ਼ਿਆਦਾ ਰੁਪਏ ਹੈ ਉਹਨਾਂ ਦਾ ਤਾਂ ਕਾਲਜਾਂ ਦਾ ਨਾਂ ਥੇ ਹੀ ਨਹੀਂ ਪਤਾ ਆਪਾਂ ਨੂੰ। ਹਾਂਜੀ ਹਾਂ, ਜਿਹੜੇ ਆ ਦੂਸਰੇ ਕੀਤੇ ਗਏ ਨੇ 9 ਕਾਲਜ ਨੇ ਲਗਭਗ ਹੋ ਕੇ ਜ਼ਿਲ੍ਹਿਆਂ ਦੇ, ਇਹਨਾਂ ਨੂੰ 15 ਕਰੋੜ ਦੇ ਕਰੀਬ ਹੈ, 16 ਕਰੋੜ 97 ਲੱਖ ਦੇ ਕਰੀਬ। ਹਾਂ ਚਲੋ, ਯਾਨੀ 17 ਕਰੋੜ ਦੇ ਕਰੀਬ ਇਹਨਾਂ ਨੂੰ ਦੇ ਦਿੱਤਾ, ਤੇ ਵੱਡੀ ਰਕਮ ਦਾ ਤਾਂ ਪਤਾ ਹੀ ਨਹੀਂ ਕਿੰਨਾ ਨੂੰ ਦਿੱਤੀ ਗਈ ਹੈ। ਇਹ ਹੁਣ ਇਹ ਜਿਹੜੀ ਰਿਪੋਰਟ ਦੇ ਵਿੱਚ ਅੱਗੇ ਹੋਰ ਖਦਸ਼ੇ ਕਿਹੜੇ ਨੇ, ਜਾਂ ਇਹ ਕਾਲਜ ਜਿਹੜੇ ਹੁੰਦੇ ਨੇ, ਮੈਨੂੰ ਜਿਹੜਾ ਜਿੰਨੀ ਕੀ ਜਾਣਕਾਰੀ ਹੈ, ਇਹ ਕਾਲਜ ਇੱਕ ਸੰਸਥਾ, ਉਹਦੇ ਕਾਲਜ ਅਦਰ ਸਟੇਟ 'ਚ ਵੀ ਹੁੰਦੇ ਨੇ, ਉਹਦੇ ਨਾਂ ਤੇ ਵੀ ਕੁਝ ਕਦੇ ਨਾ ਕਦੇ ਇੱਕ ਜਗ੍ਹਾ ਚਲਾ ਲੈਂਦੇ ਨੇ, ਦੂਸਰੀ ਜਗ੍ਹਾ ਉਹਨਾਂ ਦੇ ਨਾਂ ਤੇ ਪੈਸੇ ਲਏ ਜਾਂਦੇ ਨੇ, ਅਕਾਊਂਟ ਵੀ ਖੋਲ੍ਹੇ ਜਾਂਦੇ ਨੇ, ਐਸੀਆਂ ਗੱਲਾਂ ਵੀ ਸਾਹਮਣੇ ਆਈਆਂ ਨੇ। ਇਸ ਤਰ੍ਹਾਂ ਦੇ ਕੁਝ ਇਸ ਮਾਮਲੇ 'ਚ ਹੈ ਗੱਲਾਂ ਇਸ ਤਰ੍ਹਾਂ ਦੇ? ਦੇਖੋ, ਅਸੀਂ ਆਨਰੇਬਲ ਹਾਈ ਕੋਰਟ ਜਿਹੜੇ ਡਾਕੂਮੈਂਟਸ ਲਗਾਏ ਹੈ, ਪਹਿਲਾਂ ਤਾਂ ਮੈਂ ਗੱਲ, ਤੁਸੀਂ ਹੋਰ ਕਹਿ ਰਹੇ ਹੋਰ ਕੁਝ ਵੀ, ਇਸ ਜੇ ਕੁਝ ਹੈਗਾ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹੈ। ਇੱਕ ਬਾਬਾ ਫਰੀਦ ਕਾਲਜ ਹੈ, ਨਹੀਂ ਸੌਰੀ, ਬਾਬਾ ਦੀਪ ਸਿੰਘ ਇੰਸਟੀਚਿਊਟ ਹੈ ਜੀ, ਮੁਕਤਸਰ ਸਾਹਿਬ। ਉਹਨਾਂ ਦਾ ਕੋਰਟ 'ਚ ਕੇਸ ਚੱਲਦਾ ਸੀਗਾ, ਫਾਈਲ ਤੇ ਨੋਟਿੰਗ ਸੀਗੀ ਕਿ ਇਹ ਕਾਲਜ ਤੇ ਸਟੇ ਲੱਗੀ ਹੋਈ ਹੈ, ਇਹਨੂੰ ਕੋਈ ਪੈਸਾ ਰਿਲੀਜ਼ ਨਹੀਂ ਕਰ ਸਕਦੇ ਜੀ। ਰੈਵਨਿਊ ਆਫੀਸਰ ਨੇ ਬਕਾਇਦਾ ਨੋਟਿੰਗ ਦਿੱਤੀ ਹੋਈ ਸੀਗੀ ਜੀ, ਜੋ ਇਹ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਉਹ ਨੋਟਿੰਗ ਗਾਇਬ ਕਰ ਦਿੱਤੀ ਗਈ, ਔਰ ਸਟੇ ਹੋਣ ਦੇ ਬਾਵਜੂਦ ਵੀ, ਆਬਜੈਕਸ਼ਨ ਲੱਗਣ ਦੇ ਬਾਵਜੂਦ ਵੀ 1 ਕਰੋੜ 12 ਲੱਖ ਰੁਪਏ ਕਾਲਜ ਨੂੰ ਰਿਫੰਡ ਦੇ ਦਿੱਤਾ ਗਿਆ। ਇਵੇਂ ਹੀ ਇੱਕ ਹੋਰ ਉਹਨਾਂ ਨੇ ਜ਼ਿਕਰ ਕੀਤਾ ਨੋਟਿੰਗ ਦਾ ਕਿ 27/6/2019 ਨੂੰ 19 ਕਰੋੜ 82 ਲੱਖ ਰੁਪਈਆ 65 ਪ੍ਰਾਈਵੇਟ ਕਾਲਜਿਸ ਨੂੰ ਰਿਲੀਜ਼ ਕੀਤਾ ਗਿਆ, ਜਿਹਦਾ ਕੋਈ ਡਾਇਰੀ ਨੰਬਰ ਨਹੀਂ ਸੀਗਾ। ਔਰ ਇਹ ਸਾਰੀਆਂ ਜਿਹੜੀਆਂ ਰਿਲੀਜ਼ ਹੋਏ ਨੇ, ਇਹ ਆਨਰੇਬਲ ਮੰਤਰੀ ਸਾਹਿਬ ਸਾਧੂ ਸਿੰਘ ਧਰਮਸੋਧ ਤੇ ਉਹਨਾਂ ਦੇ ਇੱਕ ਡਿਪਟੀ ਡਾਇਰੈਕਟਰ ਜਿਹੜੇ ਹੈਗੇ ਆ, ਉਹਨਾਂ ਦੇ ਥਰੂ ਹੋਏ ਨੇ। ਹੋਰ ਕਿਸੇ ਨੂੰ ਕੋਈ ਇਨਫੋਰਮੇਸ਼ਨ ਨਹੀਂ, ਜੋ ਰਿਪੋਰਟ ਕਹਿੰਦੀ ਹੈ। ਯਾਨੀ ਮੰਤਰੀ ਦੇ ਖਾਸ ਭਾਗੀਦਾਰ, ਅਹੁਦੇਦਾਰ ਜਿਹੜੇ ਹੈਗੇ ਨੇਗੇ ਉੱਥੇ, ਯਾਨੀ ਕਿ ਜਿਹੜੇ ਅਧਿਕਾਰੀ ਨੇ, ਉਹਨਾਂ ਨੇ ਮਿਲ ਕੇ ਕੀਤਾ ਇੱਕ, ਤੁਹਾਡੇ ਕਹਿਣ ਦੇ ਮੁਤਾਬਕ। ਦੇਖੋ, ਜੋ ਰਿਪੋਰਟ ਕਹਿ ਰਹੀ ਹੈ ਜੀ, ਰਿਪੋਰਟ ਨੇ ਇਹ ਸਾਫ਼ ਲਿਖਿਆ ਹੈ। ਹੁਣ ਆ ਜੀ ਤੁਹਾਡੀ ਦੂਜੀ ਗੱਲ ਤੇ, ਤੁਸੀਂ ਜਿਵੇਂ ਕਿਹਾ ਸੀ ਵੀ ਇਹ ਘਪਲਾ ਕਿਵੇਂ ਹੁੰਦਾ ਹੈ। ਹਾਂਜੀ, ਘਪਲੇ ਦਾ ਤਰੀਕਾ ਦੱਸੋ ਪੂਰਾ, ਲੋਕਾਂ ਨੂੰ ਇਹ, ਜਿਹੜੇ ਸਾਡੇ ਦਰਸ਼ਕਾਂ ਨੂੰ ਇਹ ਪਤਾ ਲੱਗੇ ਵੀ ਇਹ ਘਪਲੇ ਹੁੰਦੇ ਕਿਸ ਤਰ੍ਹਾਂ ਨੇ, ਗਾਂ ਤੋਂ ਉਹ ਇਸ ਪ੍ਰਤੀ ਜਾਗਰੂਕ ਹੋ ਜਾਣ ਜਾਂ ਅਧਿਕਾਰੀਆਂ ਨੂੰ ਸਵਾਲ ਕਰਨ। ਦੇਖੋ, ਇਹ ਘਪਲਿਆਂ ਦੇ ਜਿਹੜਾ ਹੋਣ ਦਾ ਤਰੀਕਾ, ਸਾਨੂੰ ਜ਼ਿਆਦਾ ਦੂਰ ਜਾਣ ਦੀ ਲੋੜ ਨਹੀਂ, ਅਸੀਂ ਹਿਮਾਚਲ 'ਚ ਜਾ ਵੜੀਏ ਬਹੁਤ ਹੈ ਜੀ। ਅਸੀਂ ਇਸ ਰਿਟ 'ਚ CBI ਦੀ ਇਨਕੁਆਇਰੀ ਇਸ ਕਰਕੇ ਮੰਗੀ ਹੈ ਕਿਉਂਕਿ ਇਹ ਇਕੱਲਾ ਪੰਜਾਬ ਦਾ ਨਹੀਂ, ਇਹ ਤਿੰਨੇ ਸਟੇਟਾਂ ਦਾ ਵੱਡਾ ਘੁਟਾਲਾ ਹੈ। ਹਿਮਾਚਲ 'ਚ ਜੋ ਕੰਪਲੇਨੈਂਟ ਸੀਗੇ, ਉਹਨਾਂ ਨੇ ਕੰਪਲੇਂਟ ਕੀਤੀ ਕਿ ਅਸੀਂ ਜੀ ਪੰਜਾਬ ਦੇ ਪਾਰਟਿਕੂਲਰ ਕਾਲਜ ਵਾਸਤੇ ਐਡਮਿਸ਼ਨ ਵਾਸਤੇ ਆਪਣੇ ਡਾਕੂਮੈਂਟੇਸ਼ਨ ਦਿੱਤੇ ਜੀ, ਤੇ ਉਹਨਾਂ ਨੇ ਕਾਲਜ ਵਾਲਿਆਂ ਨੇ ਕਿਹਾ ਤੁਹਾਨੂੰ ਐਡਮਿਸ਼ਨ ਦੇ ਦਾਂਗੇ, ਪਰ ਸਾਨੂੰ 1.5-2 ਮਹੀਨੇ ਤੋਂ ਬਾਅਦ ਕਾਲਜ ਨੇ ਐਡਮਿਸ਼ਨ ਨਹੀਂ ਦਿੱਤੀ। ਪਰ ਸਾਨੂੰ ਪਤਾ ਲੱਗਿਆ ਕਿ ਸਾਡੀ ਆਲਰੇਡੀ ਉਸ ਬੇਸ ਤੇ ਪੰਜਾਬ 'ਚ ਐਡਮਿਸ਼ਨ ਕਰਾ ਕੇ, ਉਹ ਡਾਕੂਮੈਂਟਸ ਤੇ ਪੰਜਾਬ ਤੇ ਐਡਮਿਸ਼ਨ ਹੋ ਕੇ ਸਾਡੇ ਨਾਂ ਤੇ ਸਕਾਲਰਸ਼ਿਪ ਖਾਈ ਜਾ ਰਹੀ ਹੈ, ਵਜੀਫਾ ਉਹਦੇ ਨਾਂ ਤੇ ਖਾਇਆ ਜਾ ਰਿਹਾ ਹੈ। ਈਵਨ ਕਿ ਇੱਕ ਕੰਪਲੇਂਟ 'ਚ ਤਾਂ ਹਿਮਾਚਲ ਦੀ 'ਚ ਇਹ ਵੀ ਆਇਆ ਕਿ ਕੱਲਾ ਵਜੀਫਾ ਨਹੀਂ ਜੀ, ਗੈਸ ਦੀ ਸਬਸਿਡੀ ਜਿਹੜੀ ਹੈ ਉਹ ਵੀ ਉਹਦੀ ਉਸ ਫੇਕ ਕਾਲਜ ਦੇ ਫੇਕ ਅਕਾਊਂਟ 'ਚ ਡਿਡਕਟ ਹੋਈ ਹੈ। ਚਲੋ ਆਪਾਂ ਕੱਲੀ ਵਜੀਫੇ ਤੇ ਸੀਮਿਤ ਰੱਖੀਏ, ਕੱਲਾ ਇਹ ਨਹੀਂ, ਗੈਸ ਸਬਸਿਡੀ ਤੱਕ ਵੀ। ਤਾਂ CBI ਇਨਕੁਆਇਰੀ ਚੱਲੀ ਜੀ, ਉਸ CBI ਇਨਕੁਆਇਰੀ 'ਚ ਪੰਜਾਬ ਦੇ ਵੀ ਕਈ ਕਾਲਜਾਂ 'ਚ ਪਰਚੇ ਦਰਜ ਹੋਏ, ਉਹਨਾਂ ਦੇ ਡਾਇਰੈਕਟਰ ਅੰਦਰ ਹੋਏ। ਇਵੇਂ ਹੀ ਘੁਟਾਲਾ ਇੱਕ ਹਰਿਆਣੇ 'ਚ ਸਾਹਮਣੇ ਆਇਆ ਜੀ। ਹਰਿਆਣੇ 'ਚ ਉਹਦੀ ਵਿਜੀਲੈਂਸ ਇਨਕੁਆਇਰੀ ਚੱਲੀ। ਹਰਿਆਣੇ ਦੀ ਵਿਜੀਲੈਂਸ ਇਨਕੁਆਇਰੀ 'ਚ ਇਹ ਨਿਕਲ ਕੇ ਆਇਆ ਕਿ ਪੰਜਾਬ ਦੇ ਕਾਲਜ ਤੇ ਹਿਮਾਚਲ ਦੇ ਕਾਲਜ, ਉਹਨਾਂ ਨੇ ਆਪਣੇ ਬੱਚਿਆਂ ਦੀ ਫੇਕ ਐਡਮਿਸ਼ਨਾਂ ਦਿਖਾ ਕੇ ਹਰਿਆਣੇ ਦੇ ਵਿਜੀਲੈਂਸ ਡਿਪਾਰਟਮੈਂਟ ਦਾ ਇਹ ਵੀ ਵਰਕਆਊਟ ਕੀਤਾ ਕਿ ਇੱਕ ਬੰਦੇ ਨੂੰ ਟਾਊਟ ਨੂੰ ਫੜਿਆ, ਜਿਹੜਾ ਇਸ ਇਨਵੈਸਟੀਗੇਸ਼ਨ ਦਾ ਪਾਰਟ ਬਣਾਇਆ ਉਹਨਾਂ ਨੇ। ਉਹ ਬੰਦੇ ਨੂੰ ਤਾਂ ਇਹ ਵੀ ਨਹੀਂ ਪਤਾ ਵੀ ਇਹ ਕਾਲਜ ਹੈ ਵੀ ਕਿ ਨਹੀਂ ਹੈ। ਹਵਾ 'ਚ ਕਾਲਜ ਨੂੰ ਵਜੀਫੇ ਦੀ ਰਕਮ ਵੰਡਤੀ ਪੰਜਾਬ ਵਾਂਗੂ। ਤੇ ਕਈਆਂ ਦੇ ਚੰਡੀਗੜ੍ਹ ਅਕਾਊਂਟ ਖੁੱਲ ਗਏ, ਕਈਆਂ ਦੇ ਪੰਜਾਬ ਦੇ ਕਾਲਜਾਂ ਦੇ ਨੇੜੇ ਬੈਂਕ ਉੱਥੇ ਅਕਾਊਂਟ ਖੁੱਲ ਗਏ। ਮਤਲਬ ਇਹ ਇਸ ਪੱਧਰ ਤੇ ਹੋ ਰਿਹਾ ਜਿਵੇਂ ਕੋਈ ਡ੍ਰੌਪ ਆਊਟ ਸਟੂਡੈਂਟਸ ਨੇ। ਮੈਂ BA ਕਰ ਰਿਹਾ, ਫਾਈਨਲ ਈਅਰ ਤੱਕ ਨਹੀਂ ਗਿਆ, ਸੈਕੰਡ ਈਅਰ 'ਚ ਮੈਂ ਛੱਡਤੀ ਆਪਣੀ ਪੜ੍ਹਾਈ। ਮੇਰੇ ਡਾਕੂਮੈਂਟੇਸ਼ਨ ਕਾਲਜ ਕੋਲ ਹੈਗੇ ਆ, ਉਹੀ ਡਾਕੂਮੈਂਟਸ ਨੂੰ ਜੇ ਉਹ ਕਾਲਜ ਦੇ ਜਿਹੜੀ ਬ੍ਰਾਂਚਿਸ ਹਿਮਾਚਲ, ਪੰਜਾਬ ਤੇ ਹਰਿਆਣਾ 'ਚ ਨੇ, ਉਹ ਇੱਕੋ ਡਾਕੂਮੈਂਟਸ ਨੂੰ ਚਾਰੇ ਪਾਸੇ ਘੁਮਾ ਦਿੰਦੇ ਆ,
ਫੇਰ ਬਦਲ ਕਰਦੇ ਥੋੜਾ ਬਹੁਤਾ ਆਧਾਰ ਕਾਰਡ 'ਚ ਤੇ ਉਹਨੂੰ ਚੇਂਜ ਕਰਕੇ ਵਜ਼ੀਫੇ ਦੀ ਰਕਮ ਜਿਹੜੇ ਆ ਅਕਾਊਂਟ ਫੇਕ ਅਕਾਊਂਟ ਖੋਲ ਕੇ ਈਵਨ ਕਿ ਏਟੀਐਮ ਕਾਰਡ ਤੱਕ ਫੜੇ ਗਏ ਆ ਸੀਬੀਆਈ ਰੇਡ 'ਚ ਕਿ ਕਾਲਜਿਸ ਨੇ ਫੇਕ ਅਕਾਊਂਟ ਬਣਾ ਕੇ ਏਟੀਐਮ ਕਾਰਡ ਤੱਕ ਲੈ ਕੇ ਪੈਸਾ ਤੱਕ ਵਿਡਰਾਅ ਕੀਤਾ ਗਿਆ ਏਟੀਐਮ ਕਾਰਡ ਦਾ। ਕਾਲਜਾਂ ਦੀਆਂ ਸੰਸਥਾਵਾਂ ਨੂੰ ਸਿੱਖਿਆ ਸੰਸਥਾਵਾਂ ਨੂੰ ਏਟੀਐਮ ਤੱਕ ਮਿਲ ਜਾਂਦੇ ਆ ਤਾਂ ਮਤਲਬ ਬੈਂਕ ਵੀ ਨਾਲ ਮਿਲੇ ਹੋਏ। ਦੇਖੋ ਮੈਂ ਉਹੀ ਕਹਿਣਾ ਕਿ ਇਹ ਇਕੱਲਾ ਕਿਉਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਪੋਲੀਟੀਕਲ ਪਾਰਟੀਆਂ ਸਿਰਫ ਮੁੱਦੇ ਨੂੰ ਇੱਕ ਮੌਕਾ ਦੇਖ ਕੇ ਚੱਕਦੀਆਂ ਮੁੜ ਕੇ ਸ਼ਾਂਤ ਹੋ ਕੇ ਬਹਿ ਜਾਂਦੀਆਂ ਕਿਉਂਕਿ ਇਹ ਕੱਲਾ ਫਰਾਡ ਅਸੀਂ ਆਨਰੇਬਲ ਹਾਈ ਕੋਰਟ 'ਚ ਵੀ ਬਹਿਸ ਦੌਰਾਨ ਕਿਹਾ ਸੀਗਾ, ਪਹਿਲਾਂ ਵੀ ਜਦੋਂ ਫਾਈਲ ਕੀਤੀ ਉਸ ਟਾਈਮ ਵੀ ਜਦੋਂ ਟੀਵੀ ਇੰਟਰਵਿਊ 'ਚ ਵੀ ਅਸੀਂ ਇਹ ਗੱਲ ਕਹੀ ਸੀਗੀ ਵੀ ਜੇ ਰਾਜਨੀਤਿਕ ਪਾਰਟੀਆਂ ਨੂੰ ਸੀਰੀਅਸ ਹੋ ਕੇ ਲੈ ਕੇ ਚੱਲਣ ਇਹ ਕੱਲਾ ਸਕਾਲਰਸ਼ਿਪ ਸਕੈਮ ਨਹੀਂ, ਇਹ ਗੈਸ ਸਬਸਿਡੀ ਸਕੈਮ ਵੀ ਨਿਕਲ ਕੇ ਆਏਗਾ, ਇਹ ਫੇਕ ਬੈਂਕ ਅਕਾਊਂਟ ਸਕੈਮ ਵੀ ਨਿਕਲ ਕੇ ਆਏਗਾ, ਇਹ ਹੋਰ ਵੀ ਜਿਹੜੀ ਸਰਕਾਰੀ ਸੁਵਿਧਾਵਾਂ ਸਾਡੇ ਗਰੀਬ ਬੱਚਿਆਂ ਨੂੰ ਦਿੱਤੀਆਂ ਜਾਂਦੀਆਂ ਉਹਨਾਂ ਦੇ ਪੈਸੇ ਦੀ ਵੱਡੀ ਠੱਗੀ ਕਿਵੇਂ ਇੱਕ ਮਾਰੀ ਜਾਂਦੀ ਹੈ, ਉਹ ਇੱਕ ਵੱਡਾ ਗਿਰੋਹ ਜਿਹੜਾ ਨਿਕਲ ਕੇ ਸਾਹਮਣੇ ਆ ਸਕਦਾ ਹੈ। ਪਰ ਅਨਫੋਰਚੂਨੇਟਲੀ ਅਸੀਂ ਸਿਰਫ ਸੜਕਾਂ ਤੇ ਨਾਅਰੇਬਾਜ਼ੀ ਕਰਨ ਔਰ ਰੌਲਾ ਪਾਉਣ ਜੋਗੇ ਰਹਿ ਜਾਂਦੇ ਆ, ਅਸੀਂ ਇਹਦੇ ਕੰਕਰੀਟ ਕਨਕਲੂਜਨ ਤੱਕ ਨਹੀਂ ਜਾਂਦੇ ਹੈਗੇ। ਚਲੋ ਆਪਾਂ ਇਸੇ ਮਸਲੇ ਤੇ ਆਈਏ। ਪੰਜਾਬ ਦੇ ਜਿਹੜਾ ਇਹ ਮਸਲਾ ਤੁਸੀਂ ਚੱਕਿਆ, ਅਦਾਲਤ ਦਾ ਦਰਵਾਜ਼ਾ ਖੜਕਾਇਆ, ਕੀ ਮੰਗ ਕੀਤੀ ਹੈ ਤੁਸੀਂ? ਕੀ ਜਿਵੇਂ ਤੁਸੀਂ ਹਿਮਾਚਲ ਦੀ ਗੱਲ ਕੀਤੀ, ਹਰਿਆਣੇ ਦੀ ਗੱਲ ਕੀਤੀ, ਉੱਥੇ ਤੁਸੀਂ ਸੀਬੀਆਈ ਜਾਂਚ ਹੋਈ, ਮਾਮਲੇ ਦਰਜ ਹੋਏ, ਕੀ ਇਸ ਤਰ੍ਹਾਂ ਦਾ ਜਿਹੜਾ ਪ੍ਰਬੰਧ ਜਾਂ ਇਸ ਤਰ੍ਹਾਂ ਦਾ ਸਿਸਟਮ ਪੰਜਾਬ ਸਰਕਾਰ ਨੇ ਵੀ ਵਰਤਿਆ ਜਾਂ ਇਹ ਹੋਣਾ ਚਾਹੀਦਾ ਫਿਰ ਇਹਦੀਆਂ ਗਹਿਰਾਈਆਂ 'ਚ ਜਾਇਆ ਜਾਏਗਾ? ਇਹ ਤੁਸੀਂ ਥੋੜਾ ਜਿਹਾ ਕਲੀਅਰ ਕਰੋ। ਦੇਖੋ ਅਨਫੋਰਚੂਨੇਟਲੀ ਕੀ ਹੋਇਆ ਜਦੋਂ ਪੰਜਾਬ ਸਰਕਾਰ ਦੀ ਰਿਪੋਰਟ ਦਾ ਖੁਲਾਸਾ ਹੋ ਗਿਆ, ਸਾਰੇ ਰੌਲਾ ਪੈਣਾ ਸ਼ੁਰੂ ਹੋ ਗਿਆ, ਅਸੀਂ ਵੀ ਆਨਰੇਬਲ ਹਾਈ ਕੋਰਟ ਗਏ। ਖੈਰ ਇੱਕ ਮੈਂ ਹੋਰ ਮੰਦਭਾਗੀ ਗੱਲ ਕਹੂੰਗਾ ਕਿ ਅੱਜ ਤਕਰੀਬਨ 7 ਤੇ 8 ਡੇਟਾ ਹੋ ਗਈਆਂ, 17 ਤਰੀਕ ਵੀ ਲੱਗੀ ਹੋਈ ਸੀਗੀ ਪਿੱਛੇ, ਉਹ ਤਾਂ ਹੁਣ ਕੋਵਿਡ ਕਰਕੇ ਆਨਰੇਬਲ ਹਾਈ ਕੋਰਟ ਦੀ ਡੇਟ ਸੀ ਪੈਣੀਆਂ ਤਾਂ ਅੱਗੇ 3 ਸਤੰਬਰ ਡੇਟ ਪਈ ਹੈ ਇਸ ਕੇਸ ਦੀ। ਪੰਜਾਬ ਸਰਕਾਰ ਅੱਜ ਤੱਕ ਉਸ 'ਚ ਜਵਾਬ ਦੇਣ 'ਚ ਭੱਜ ਰਹੀ ਹੈ, ਜਦ ਕਿ ਚੀਫ ਸੈਕਟਰੀ ਦੀ ਰਿਪੋਰਟ ਤਿਆਰ ਹੋ ਗਈ, ਤਿਆਰ ਹੋ ਕੇ ਜਿਹਨੇ ਖੁਲਾਸਾ ਕੀਤਾ ਸੀ ਅਫਸਰ ਨੇ ਉਹਨੂੰ ਬਦਲ ਕੇ ਦੂਜੇ ਨੂੰ ਲਗਾ ਦਿੱਤਾ ਗਿਆ, ਕਿਰਪਾ ਸ਼ੰਕਰ ਸਰੋਜ ਨੂੰ ਬਦਲ ਕੇ ਹੋਰ ਨੂੰ ਲਗਾ ਦਿੱਤਾ ਗਿਆ। ਮੰਤਰੀ ਉਹੀ ਨੇ, ਮੰਤਰੀ ਨਹੀਂ ਬਦਲਿਆ, ਮੰਤਰੀ ਉਹੀ ਹੈ, ਬਾਕੀ ਡਿਪਾਰਟਮੈਂਟ ਦੇ ਚਿਹਰੇ ਬਦਲਣ ਦੀ ਕੋਸ਼ਿਸ਼ ਕੀਤੀ ਗਈ, ਸ਼ਾਇਦ ਜਾਂ ਮੈਨੇਜ ਕਰਨ ਦੀ ਕੋਸ਼ਿਸ਼ ਕੀਤੀ ਗਈ। ਅਸੀਂ ਆਨਰੇਬਲ ਹਾਈ ਕੋਰਟ 'ਚ ਵੀ ਇਹ ਰਿਕੁਐਸਟ ਕੀਤੀ ਕਿ ਸਾਨੂੰ ਖਦਸ਼ਾ ਹੈ ਕਿ ਮੈਨੂਪੂਲੇਸ਼ਨਸ ਹੋਣਗੀਆਂ ਫਾਈਲ 'ਚ ਜੀ, ਹੁਣ ਆਪਣੇ ਰਿਕਾਰਡ ਨੂੰ ਦਰੁਸਤ ਕਰਨਗੇ ਜੀ, ਤੇ ਇਸ ਕਰਕੇ ਇਹਨਾਂ ਤੇ ਸੰਗਿਆਨ ਲਿੱਤਾ ਜਾਵੇ ਜੀ। ਪਰ ਪੰਜਾਬ ਸਰਕਾਰ ਹੁਣ ਤੱਕ ਭੱਜਦੀ ਰਹੀ, ਇਹ ਬਾਰ-ਬਾਰ ਰਿਕੁਐਸਟ ਕਰਦੀ ਰਹੀ ਰਿਪਲਾਈ ਵਾਸਤੇ ਕਿ ਸਾਨੂੰ ਰਿਪਲਾਈ ਦੇਣ ਦਾ ਸਮਾਂ, ਜਦ ਪੰਜਾਬ ਸਰਕਾਰ ਕੋਲ ਰਿਪੋਰਟ ਤਿਆਰ ਹੋ ਚੁੱਕੀ ਹੈ। ਪੰਜਾਬ ਸਰਕਾਰ ਨੇ 1-2 ਅਫਸਰ ਸਸਪੈਂਡ ਵੀ ਕਰਤਿਆ, ਪੰਜਾਬ ਸਰਕਾਰ ਨੇ ਮੰਤਰੀ ਸਾਹਿਬ ਨੂੰ ਕਲੀਨ ਚਿੱਟ ਵੀ ਦੇ ਦਿੱਤੀ, ਫਿਰ ਪੰਜਾਬ ਸਰਕਾਰ ਨੂੰ ਹਾਈ ਕੋਰਟ 'ਚ ਜਵਾਬ ਦੇਣ 'ਚ ਕੀ ਨੁਕਸਾਨ ਹੈ? ਇਹਦਾ ਮਤਲਬ ਕਿਤੇ ਨਾ ਕਿਤੇ ਦਾਲ ਕਿਆ ਪੂਰੀ ਦਾਲ 'ਚ ਕਾਲਾ ਕੀ ਪੂਰੀ ਦਾਲ ਹੀ ਕਾਲੀ ਹੈ। ਦੂਜੀ ਗੱਲ ਆ ਜਾਓ ਤੁਸੀਂ ਸੈਂਟਰ ਸਰਕਾਰ ਦੀ, ਕਿਉਂਕਿ ਇਹ ਜਿਹੜੀ ਫੰਡਿੰਗ ਆਉਂਦੀ ਹੈ ਸੈਂਟਰ ਸਰਕਾਰ ਤੋਂ ਆਉਂਦੀ ਹੈ। ਇਹ ਫੰਡਿੰਗ ਜਿਹੜੀ ਹੈ ਇਹ ਸਕੀਮ ਜਿਹੜੀ ਹੈਗੀ ਹੈ ਸੈਂਟਰ ਗਵਰਨਮੈਂਟ ਦੀ ਸਕੀਮ ਹੈ ਹਾਂਜੀ, ਤੇ ਇਹ ਸਟੇਟ ਗਵਰਨਮੈਂਟ ਨੂੰ ਅੱਗੇ ਉਹ UGC ਦੇ ਆਧਾਰ ਤੇ ਜੀ ਤੇ ਉਹ ਜਿਹੜੇ ਹੈ ਉਹ ਫੰਡਿੰਗ ਕਰਦੇ ਆ ਤੇ ਉਹਨਾਂ ਨੂੰ ਕਲੀਅਰੈਂਸ ਸਰਟੀਫਿਕੇਟ ਦੇ ਕੇ ਬਾਅਦ ਫਿਰ ਉਹ ਦੁਬਾਰਾ ਰੀਫੰਡਿੰਗ ਕਰਦੇ ਆ ਜੀ। ਤੇ ਸੈਂਟਰ ਨੂੰ ਵੀ ਪਾਰਟੀ ਬਣਾਇਆ, ਸੈਂਟਰ ਵੱਲੋਂ ਵੀ ਸੀਨੀਅਰ ਐਡਵੋਕੇਟ ਸਾਹਿਬ ਪੇਸ਼ ਹੋਏ ਜੀ। ਸੈਂਟਰ ਨੇ ਵੀ ਜਦੋਂ ਉਸ ਟਾਈਮ ਰਾਜਨੀਤੀ ਦਾ ਮਾਹੌਲ ਸੀਗਾ, ਮੁੱਦਾ ਗਰਮਾਇਆ ਹੋਇਆ ਸੀਗਾ, ਤਾਂ ਸੈਂਟਰ ਨੇ ਵੀ ਆਨਨ ਫਾਨਨ 'ਚ ਜ਼ੋਰ ਲਾ ਕੇ 2 ਜੁਆਇੰਟ ਕਮਿਸ਼ਨਰ, ਇੱਕ ਡਾਇਰੈਕਟਰ IFC ਨੂੰ ਜਿਹੜਾ 3 ਮੈਂਬਰੀ ਕਮੇਟੀ ਅਪਾਇੰਟ ਕਰਤੀ ਜੀ। 3 ਮੈਂਬਰੀ ਕਮੇਟੀ ਅਪਾਇੰਟ ਕਰਕੇ ਸੈਂਟਰ ਨੇ ਕਹਿ ਜੀ ਵੀ ਇਹ ਕਮੇਟੀ ਸਾਨੂੰ 4 ਹਫ਼ਤੇ ਦੇ ਅੰਦਰ ਅੰਦਰ ਇਹ ਕਮੇਟੀ 4 ਹਫ਼ਤੇ ਸਾਨੂੰ ਰਿਪੋਰਟ ਸਬਮਿਟ ਕਰੇਗੀ ਔਰ ਦੱਸੇਗੀ ਕਿ ਸਰਕਾਰ ਨੇ ਕਿੱਥੇ ਘਪਲਾ ਕੀਤਾ। ਪਰ ਅਨਫੋਰਚੂਨੇਟਲੀ ਸਾਲ ਹੋਣ ਨੂੰ ਆ ਗਿਆ ਤੇ ਉਹ ਸੈਂਟਰ ਦੀ ਉਸ ਕਮੇਟੀ ਨੇ ਅੱਜ ਤੱਕ ਕੋਈ ਆਪਣੀ ਰਿਪੋਰਟ ਸਬਮਿਟ ਨਹੀਂ ਕੀਤੀ, ਕੋਈ ਡਿਸਕਲੋਜ਼ ਨਹੀਂ ਕੀਤਾ ਕਿ ਸੈਂਟਰ ਨੇ ਹੁਣ ਤੱਕ ਕੀ ਕੀਤਾ। ਉਲਟਾ ਆਨਰੇਬਲ ਹਾਈ ਕੋਰਟ 'ਚ ਜਿਹੜਾ ਰਿਪਲਾਈ ਸੈਂਟਰ ਦਾ ਆਇਆ ਹੈ ਉਸ 'ਚ ਸੈਂਟਰ ਸਰਕਾਰ ਨੇ ਕਿਹਾ ਜੀ ਅਸੀਂ ਇੱਕ ਚਿੱਠੀ ਪੰਜਾਬ ਸਰਕਾਰ ਨੂੰ ਲਿਖੀ ਸੀਗੀ ਜੀ ਕਿ ਸਾਨੂੰ ਸਾਰੇ ਮਾਮਲੇ ਦੀ ਬਿਊਰਾ ਦਿੱਤਾ ਜਾਵੇ, ਸਾਨੂੰ ਇਹਦੀਆਂ ਫਾਈਲਾਂ ਦਿੱਤੀਆਂ ਜਾਣ ਤਾਂ ਕਿ ਅਸੀਂ ਇਨਵੈਸਟੀਗੇਟ ਕਰੀਏ। ਪਰ ਪੰਜਾਬ ਸਰਕਾਰ ਨੇ ਸਾਨੂੰ ਚਿੱਠੀ ਦਾ ਰਿਪਲਾਈ ਤੱਕ ਨਹੀਂ ਦਿੱਤਾ ਹੈਗਾ, ਇਸ ਕਰਕੇ ਇਸ ਦੀ ਵੇਟ ਕਰ ਰਹੇ ਹਾਂ। ਮਤਲਬ ਸੈਂਟਰ ਨੇ ਵੀ ਜਿਹੜਾ ਉਸ ਟਾਈਮ ਪੁਰਜ਼ੋਰ ਤਰੀਕੇ ਨਾਲ ਰਾਜਨੀਤੀ ਕਰਨ ਵਾਸਤੇ ਮੈਦਾਨ 'ਚ ਕੁੱਦ ਗਏ ਸੀਗੇ, ਉਹ ਵੀ ਅਬ ਚੁੱਪ ਬੈਠ ਗਏ। ਉਹਦਾ ਕਾਰਨ ਜੋ ਸਾਨੂੰ ਲੱਗਦਾ ਉਹ ਇਹ ਲੱਗਦਾ ਹੈ ਕਿ ਜਿਵੇਂ ਹਿਮਾਚਲ 'ਚ BJP ਸਰਕਾਰ ਹੈ, ਹਰਿਆਣੇ 'ਚ BJP ਸਰਕਾਰ ਹੈ, ਪੰਜਾਬ 'ਚ ਕਾਂਗਰਸ ਸਰਕਾਰ ਹੈ, ਕਾਲਜ ਜਿਹੜੇ ਹੈ ਇੰਟਰਲਿੰਕ ਹੈ ਸਾਰੇ ਜੀ। ਕਿਤੇ ਸੈਂਟਰ ਨੂੰ ਵੀ ਇਹ ਭਾਫ ਲੱਗ ਗਈ ਵੀ ਜੇ ਅਸੀਂ ਪੰਜਾਬ ਦੇ ਇਸ ਘਪਲੇ 'ਚ ਆਪਣਾ ਹੱਥ ਪਾ ਲਿਆ ਤੇ ਜਿਵੇਂ CBI ਨੇ ਪਰਤਾਂ ਖੋਲੀਆਂ ਹੋਈਆਂ ਨੇ ਹਿਮਾਚਲ ਦੀਆਂ,
ਔਰ ਹਰਿਆਣੇ ਦੀ ਵਿਜੀਲੈਂਸ ਨੇ ਪਰਤਾਂ ਖੋਲੀਆਂ ਹੋਈਆਂ ਨੇ। ਕਿਤੇ ਪੰਜਾਬ ਵਾਲੇ ਕਾਲਜ ਸਾਡੇ ਹਰਿਆਣੇ ਹਿਮਾਚਲ 'ਚ ਨਿਕਲੇ ਤਾਂ ਗਾਜ ਸਾਡੇ ਤੇ ਵੀ ਗਿਰੂਗੀ। ਸੋ ਮੈਂ ਕਹੂੰਗਾ ਇਹ ਰਲ ਮਿਲ ਕੇ ਖਾਣ ਦਾ ਇੱਕ ਤਵਜੀਬ ਜਿਹੜੀ ਹੈਗੀ ਹੈ ਸਾਡੇ ਗਰੀਬ ਬੱਚਿਆਂ ਦੀ, SC ST OBC ਬੱਚਿਆਂ ਦੀ, ਉਹਨਾਂ ਦਾ ਪੈਸੇ ਦੀ ਠੱਗੀ ਮਾਰਨ ਦੀ ਰਲ ਮਿਲ ਕੇ ਤਜੀਬ ਇਹ ਪੋਲੀਟੀਕਲ ਪਾਰਟੀਆਂ ਨੇ ਕਰੀ ਹੋਈ ਹੈ। ਹੁਣ ਤੁਸੀਂ ਇਹਦੇ ਜਿਹੜੀ ਤੁਸੀਂ ਜਨਹਿਤ ਪਟੀਸ਼ਨ ਦਾਇਰ ਕੀਤੀ ਹੈ, ਅਦਾਲਤ ਦੇ ਥਰੂ ਤੁਸੀਂ ਕੀ ਚੀਜ਼ਾਂ ਦੀ ਮੰਗ ਕੀਤੀ ਹੈ? ਕਿ ਇੱਥੇ ਮਾਮਲੇ ਦਰਜ ਹੋਣੇ ਚਾਹੀਦੇ ਨੇ, CBI ਦੀ ਜਾਂਚ ਮੰਗੀ ਹੈ ਤੁਸੀਂ, ਜਾਂ ਜਿਹੜੇ ਸੰਬੰਧਿਤ ਉਸ ਸਮੇਂ ਦੇ ਜਾਂ ਅਧਿਕਾਰੀ ਸੀਗੇ ਜਾਂ ਮੌਜੂਦਾ ਹੁਣ ਇਸ ਟਾਈਮ ਮੰਤਰੀ ਵਜ਼ੀਰ ਵੀ ਉਹੀ ਨੇ, ਉਹਨਾਂ ਦੇ ਵਿਭਾਗ ਵੀ ਉਹੀ ਨੇ, ਕੀ ਡਿਮਾਂਡ ਕੀਤੀ ਹੈ ਤੁਸੀਂ ਅਦਾਲਤ ਤੋਂ? ਦੇਖੋ, ਆਨਰੇਬਲ ਹਾਈ ਕੋਰਟ ਤੋਂ ਤਾਂ ਸਾਡੀ ਸਿੰਪਲ ਤੇ ਸਿੱਧੀ ਦੋ ਹੀ ਮੇਨ ਮੁੱਖ ਡਿਮਾਂਡਾਂ ਹੈਗੀਆਂ ਨੇ ਕਿ ਇੱਕ ਤਾਂ ਇਹ ਕੱਲਾ ਪੰਜਾਬ ਨਹੀਂ, ਇੰਟਰ ਸਟੇਟ ਇਸ਼ੂ ਹੈਗਾ, ਕਿਉਂਕਿ ਆਲਰੇਡੀ 2 ਸਟੇਟਾਂ 'ਚ ਪਹਿਲਾਂ ਹੀ ਮਾਮਲੇ ਦਰਜ ਨੇ, ਇਨਵੈਸਟੀਗੇਸ਼ਨਾਂ ਚੱਲ ਰਹੀਆਂ, ਪਰਚੇ ਦਰਜ ਹੋ ਕੇ ਲੋਕ ਅੰਦਰ ਕੀਤੇ ਹੋਏ ਨੇ, ਪੰਜਾਬ ਦੇ ਕਾਲਜ ਵਿੱਚ ਇਨਵੋਲਵ ਨੇ, ਤੇ ਇੰਟਰ ਸਟੇਟ ਇਸ਼ੂ ਹੈਗਾ ਤਾਂ ਪੰਜਾਬ ਦੀ ਪੁਲਿਸ ਜਾ ਕੇ ਹਰਿਆਣਾ ਜਾਂ ਹਿਮਾਚਲ ਤਫਤੀਸ਼ ਨਹੀਂ ਕਰ ਸਕਦੀ। CBI ਇਨਕੁਆਰੀ, CBI ਨੂੰ ਜਾਂਚ ਦਿੱਤੀ ਜਾਵੇ ਤਾਂ ਕਿ CBI ਲੱਭੇ ਕਿ ਪੰਜਾਬ 'ਚ ਜਿਹੜਾ ਘਪਲਾ ਹੋਇਆ ਕਿ ਇਸ 'ਚ ਵੀ ਹਰਿਆਣਾ ਹਿਮਾਚਲ ਦੇ ਕਾਲਜ ਵੀ ਇਨਵੋਲਵ ਨੇ। ਨੰਬਰ 1। ਨੰਬਰ ਅਸੀਂ ਦੋ ਡਿਮਾਂਡ ਕੀਤੀ ਹੈ ਕਿ DGP ਪੰਜਾਬ ਨੂੰ ਇਹ ਆਦੇਸ਼ ਦਿੱਤੇ ਜਾਣ ਕਿ ਐਟਲੀਸਟ ਇੱਕ FIR ਰਜਿਸਟਰ ਕੀਤੀ ਜਾਵੇ, FIR ਰਜਿਸਟਰ ਕਰਕੇ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ। ਪਰ ਹੋਇਆ ਉਸ ਤੇ ਉਲਟ, ਆਨਰੇਬਲ ਹਾਈ ਕੋਰਟ 'ਚ ਤਾਂ ਪੈਂਡਿੰਗ ਹੈ, ਪਰ ਸਰਕਾਰ ਨੇ ਉਸ ਤੋਂ ਪਹਿਲਾਂ ਆਪਣੀ ਇੱਕ ਰਿਪੋਰਟ ਤਿਆਰ ਕਰਕੇ ਚੀਫ ਸੈਕਟਰੀ ਸਾਹਿਬ ਨੇ 1-2 ਬੰਦੇ ਨੂੰ ਸਸਪੈਂਡ ਕਰਕੇ ਮੰਤਰੀ ਸਾਹਿਬ ਨੂੰ ਕਲੀਨ ਚਿੱਟ ਦੇਤੀ। ਇੱਕ ਮੈਂ ਹੋਰ ਛੋਟਾ ਜਿਹਾ ਐਡ ਕਰਦਾ ਵਿੱਚ, ਬੜੀ ਹੈਰਤ ਦੀ ਗੱਲ ਹੈ, ਆਨਰੇਬਲ ਹਾਈ ਕੋਰਟ 'ਚ ਦਾ ਮਾਮਲਾ ਚੱਲ ਹੀ ਰਿਹਾ ਸੀ ਤੇ ਮੈਂ ਕੁਝ RTI ਫਾਈਲ ਕੀਤੀਆਂ ਜੀ। ਮੈਂ ਚੀਫ ਸੈਕਟਰੀ ਪੰਜਾਬ, ਕਿਉਂਕਿ ਰਿਪੋਰਟ ਉਹਨਾਂ ਕੋਲ ਸੀਗੀ, ਉਹਨਾਂ ਦੇ ਅਧੀਨ RTI ਫਾਈਲ ਕੀਤੀ, ਤੇ ਇੱਕ ਮੈਂ ਡਾਇਰੈਕਟਰ ਪ੍ਰਿੰਸੀਪਲ ਸੈਕਟਰੀ ਜਿਹੜਾ ਡਿਪਾਰਟਮੈਂਟ ਆਫ ਸੋਸ਼ਲ ਜਸਟਿਸ ਐਂਡ ਇੰਪਾਵਰਮੈਂਟ ਐਂਡ ਮਾਈਨੋਰਿਟੀ ਜਿਹੜਾ ਹੈਗਾ, ਉਹਨਾਂ ਦੇ RTI ਫਾਈਲ ਕੀਤੀ। ਮੈਂ ਦੋਨਾਂ ਨੂੰ ਕਿਹਾ ਕਿ ਭਾਈ ਜਿਹੜੀ ਰਿਪੋਰਟ ਚੀਫ ਸੈਕਟਰੀ ਨੂੰ 3 ਅਫਸਰਾਂ ਨੇ ਬਣਾ ਕੇ ਚੀਫ ਸੈਕਟਰੀ ਸਾਹਿਬ ਨੂੰ ਦਿੱਤੀ ਹੈ ਜੀ, ਉਹ ਇੱਕ ਪਬਲਿਕ ਡਾਕੂਮੈਂਟ ਹੈ, ਪੈਸਾ ਤਾਂ ਲੋਕਾਂ ਦਾ ਹੈ ਜੀ, ਠੱਗੀ ਲੋਕਾਂ ਨਾਲ ਵੱਜੀ ਹੈ ਜੀ, ਪੜ੍ਹਨੋਂ ਲੋਕਾਂ ਦੇ ਬੱਚੇ ਰਹਿ ਗਏ, ਤਾਂ ਉਹਦੀ ਸਾਨੂੰ ਕਾਪੀ ਦਿੱਤੀ ਜਾਵੇ। ਪਰ ਚੀਫ ਸੈਕਟਰੀ ਡਿਪਟੀ ਡਾਇਰੈਕਟਰ, ਉਹਦਾ ਡਾਇਰੈਕਟਰ ਉਹਨੂੰ ਸੋਸ਼ਲ ਇੰਪਾਵਰਮੈਂਟ ਡਿਪਾਰਟਮੈਂਟ ਨੂੰ ਲਿਖ ਰਿਹਾ ਹੈ, ਉਹ ਚੀਫ ਸੈਕਟਰੀ ਨੂੰ ਲਿਖ ਰਹੇ ਹੈ, ਉਹਦੀਆਂ ਅਪੀਲਾਂ ਵੀ ਫਾਈਲ ਕੀਤੀਆਂ, ਅਪੀਲਾਂ ਦਾ ਵੀ ਹੁਣ ਤੱਕ ਕੋਈ ਰਿਪਲਾਈ ਨਹੀਂ ਹੈਗਾ। ਉਹ ਤਾਂ ਫਿਰ ਕੋਵਿਡ ਸ਼ੁਰੂ ਹੋ ਗਿਆ, ਇਸ ਕਰਕੇ ਡਿਪਾਰਟਮੈਂਟਸ 'ਚ ਹੋ ਗਈ, ਤਾਂ ਕਰਕੇ ਮੈਂ ਇਸ 'ਤੇ ਹਾਲ ਦੀ ਘੜੀ ਫਾਈਨਲ ਹੋ ਗਿਆ, ਕਿਉਂਕਿ ਆਨਰੇਬਲ ਹਾਈ ਕੋਰਟ 'ਚ ਹੀ ਪੈਂਡਿੰਗ ਹੀ ਸੀਗਾ। ਪਰ ਕਿਉਂ ਸਰਕਾਰ ਭੱਜ ਰਹੀ ਹੈ ਉਸ ਰਿਪੋਰਟ ਨੂੰ ਜਨਤਕ ਕਰਨ ਤੇ? ਕਿਉਂ ਸਰਕਾਰ ਭੱਜ ਰਹੀ ਹੈ ਇਸ 'ਤੇ FIR ਨਾ ਦਰਜ ਕਰਨ ਵਾਸਤੇ? ਸੋ ਇਹੀ ਮੇਰਾ ਖਦਸ਼ਾ ਵੀ ਹੈ, ਇਹੀ ਮੇਰੀ ਅਪੀਲ ਵੀ ਹੈ। ਹੁਣ ਤੁਹਾਡੇ ਚੈਨਲ ਦੇ ਮਾਧਿਅਮ ਤੇ ਮੈਂ ਇੱਕ ਅਪੀਲ ਵੀ ਕਰਨਾ ਚਾਹੂੰਗਾ, ਜਿਹੜੇ ਪੋਲੀਟੀਕਲ ਪਾਰਟੀਜ਼ ਦੇ ਜਿਹੜੇ MLA ਜਿਹੜੇ ਨੁਮਾਇੰਦੇ ਅਸੀਂ ਚੁਣ ਕੇ ਭੇਜੇ ਨੇ, ਤੇ ਕਈ ਪੋਲੀਟੀਕਲ ਪਾਰਟੀਆਂ ਹੁਣ ਮੁੱਦਾ ਵੀ ਚੱਕ ਰਹੀਆਂ ਦੁਬਾਰਾ ਫੇਰ ਕਿ ਸਾਧੂ ਸਿੰਘ ਧਰਮਸੋਤ ਜਿਹੜਾ ਹੈਗਾ ਵੀ ਉਹਤੇ ਐਕਸ਼ਨ ਲਿੱਤਾ ਜਾਵੇ, ਉਸ ਤੇ ਅਗੇਂਸਟ ਕਾਰਵਾਈ ਕੀਤੀ ਜਾਵੇ। ਪਰ ਮੇਰੀ ਅਪੀਲ ਹੋਊਗੀ ਕਿ ਇਹ ਮੁੱਦਾ ਸਿਰਫ ਚੱਕ ਕੇ ਸੋਲਵ ਨਹੀਂ ਹੋਣਾ, ਮੁੱਦੇ ਨੂੰ ਸਿਰੇ ਤੱਕ ਲਿਜਾਣਾ ਪੈਣਾ। ਉਹ ਸਿਰੇ ਤੱਕ ਤਾਂ ਜਾਏਗਾ ਕਿਉਂਕਿ ਹਿਮਾਚਲ ਜਿਹੜੀ FIR ਦਰਜ ਹੋਈ ਹੈ, ਉੱਥੇ ਲੋਕਲ ਸਟੂਡੈਂਟਸ ਨੇ ਪੁਲਿਸ ਕੰਪਲੇਂਟ ਕੀਤੀ। ਪੰਜਾਬ 'ਚ ਹਲੇ ਕੋਈ ਪੁਲਿਸ ਕੰਪਲੇਂਟ ਸਾਡੀ ਨਿਗਾਹ 'ਚ ਨਹੀਂ ਆਈ ਕਿ ਆਈ ਹੋਵੇ। ਸੋ ਮੇਰੀ ਬੇਨਤੀ ਉਹ ਸਾਰੇ MLAs ਨੂੰ ਹੈਗੀ ਹੈ ਜਿਹੜੇ ਕਿ ਅੱਜ SC ST OBC ਦੇ ਬੱਚਿਆਂ ਦੇ ਨਾਂ ਤੇ ਉਹਨਾਂ ਦੇ ਸਿਰ ਤੇ ਵੋਟ ਬੈਂਕ ਦੀ ਰਾਜਨੀਤੀ ਕਰ ਰਹੇ ਹੈ, ਉਹਨਾਂ ਨੂੰ ਮੇਰੀ ਅਪੀਲ ਹੋਊਗੀ ਕਿ ਆਪਣੇ ਏਰੀਆ 'ਚ ਜਾਣ, ਬੱਚੇ ਆਇਡੈਂਟੀਫਾਈ ਕਰਨ ਜਿਨ੍ਹਾਂ ਦੇ ਐਡਮਿਸ਼ਨਾਂ ਦੇ ਨਾਂ ਤੇ ਕਾਗਜ਼ ਦੇ ਲਿੱਤੇ ਗਏ ਹੈ ਪਰ ਐਡਮਿਸ਼ਨਾਂ ਨਹੀਂ ਹੋਈਆਂ, ਸਕਾਲਰਸ਼ਿਪ ਦਾ ਪੈਸਾ ਖਾਇਆ ਜਾ ਰਿਹਾ। ਉਹ ਬੱਚੇ ਆਇਡੈਂਟੀਫਾਈ ਕਰਨ, ਉਹਨਾਂ ਨੂੰ ਪੁਲਿਸ ਸਟੇਸ਼ਨ ਤੱਕ ਲੈ ਕੇ ਜਾਇਆ ਜਾਵੇ ਯਾਰ, ਪੁਲਿਸ ਸਟੇਸ਼ਨ ਜਾ ਕੇ ਉਹਨਾਂ ਦੀ ਕੰਪਲੇਂਟ ਲਿਖਵਾਈ ਜਾਵੇ ਤਾਂ ਕਿ ਉਸ ਤੇ FIR ਦਰਜ ਹੋਵੇ, ਅਗਲੀ ਕਾਰਵਾਈ ਸ਼ੁਰੂ ਹੋਵੇ। ਤੇ ਇਹ ਸਿਰਫ ਨਾਅਰੇਬਾਜ਼ੀ ਕਰਕੇ, ਰੌਲਾ ਪਾ ਕੇ ਸਿਰਫ ਪੋਲੀਟੀਕਲ ਹਿੱਤ ਹੀ ਸੋਧਿਆ ਜਾ ਸਕਦਾ ਹੈ। ਮੁੱਦੇ ਨੂੰ ਜੇ ਐਂਡ ਤੱਕ ਲੈ ਕੇ ਜਾਣਾ ਤਾਂ ਤੁਹਾਨੂੰ ਗਰਾਊਂਡ ਕੰਮ ਇਹ ਕਰਨਾ ਪੈਣਾ। ਤੁਹਾਡੀ ਸ਼ਾਇਦ ਜਾਣਕਾਰੀ 'ਚ ਨਹੀਂ ਹੈ ਕਿ ਪਿਛਲੇ ਦਿਨੀ ਸੈਕਟਰ 25 ਦੇ ਰੈਡੀ ਗਰਾਊਂਡ ਦੇ ਵਿੱਚ ਇੱਕ ਸੰਸਥਾ SCBC ਕਮਿਊਨਿਟੀ ਨੂੰ ਜੁੜਦੀ ਹੈ, ਉਹਦੇ ਇੱਕ ਅਹੁਦੇਦਾਰ ਨੇ ਜਿਹਨੂੰ ਰਨ ਕਰਦੇ ਨੇ ਸ਼੍ਰੀ ਕੈਂਥ ਜੀ ਨੇ, ਉਹਨਾਂ ਨੇ ਕਾਫੀ ਦਿਨ ਧਰਨਾ ਵੀ ਲਾਇਆ ਸੀ ਕਿ ਇਸ ਮਾਮਲੇ ਨੂੰ ਦੇਖਿਆ ਜਾਵੇ, ਦੋਸ਼ੀਆਂ ਤੇ ਕਾਰਵਾਈ ਹੋਵੇ। ਉਹ ਹਜੇ ਕੋਈ ਚੰਗੀ ਤਰ੍ਹਾਂ ਮਾਮਲਾ ਸਾਹਮਣੇ ਨਹੀਂ ਆਇਆ, ਉਹਨਾਂ ਨੇ ਧਰਨਾ ਚੱਕ ਲਿਆ। ਉੱਥੇ ਮੌਜੂਦਾ ਸਰਕਾਰ ਦੇ ਕਾਂਗਰਸੀ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੁੱਲੋ ਵੀ ਗਏ ਸੀ, ਉਹ ਵੀ ਕੁਝ ਬੋਲ ਕੇ ਆਏ ਸੀ। ਉਹਨਾਂ ਨੇ ਵੀ ਸ਼ਾਇਦ ਇਸ ਦੀ ਕੋਈ ਪੈਰਵੀ ਕੀਤੀ ਨਾ ਕਿ ਨਹੀਂ ਕੀਤੀ। ਸਰਕਾਰ ਦਾ ਰਵੱਈਆ ਫਿਰ ਇੱਕ ਯਾਨੀ ਆਪਦੀ ਪਾਰਟੀ ਦੀ ਸਰਕਾਰ 'ਚ ਮੇ ਵੀ ਸ਼ਾਇਦ ਉਹ
ਮੁੱਦੇ ਤਾਂ ਲਗਾਤਾਰ ਉਠਾ ਰਹੇ ਨੇ, ਉਹਨਾਂ ਮੁੱਦਿਆਂ ਤੇ ਅਮਲ ਕਿੰਨਾ ਹੁੰਦਾ ਇਹ ਬਾਅਦ ਦੀ ਗੱਲ ਆ। ਦੂਸਰੀ ਗੱਲ, ਇੱਕ ਵੱਡੀ ਗੱਲ ਇਹ ਹੋਰ ਵੀ ਹੈ, ਜਿਵੇਂ ਤੁਸੀਂ ਪਾਰਟੀਆਂ ਦੀ ਜ਼ਿਕਰ ਕੀਤਾ, ਆਮ ਆਦਮੀ ਪਾਰਟੀ ਵਿਰੋਧੀ ਧਿਰ 'ਚ ਉੱਤੇ ਹੈਗੀ ਹੈ। ਆਮ ਆਦਮੀ ਪਾਰਟੀ ਵੀ ਕੋਈ ਮੈਨੂੰ ਖਾਸ ਇਸ ਮਸਲੇ ਤੇ ਉਠਾਉਂਦੀ ਨਜ਼ਰ ਨਹੀਂ ਆ ਰਹੀ। ਚੀਮਾ ਸਾਹਿਬ ਹੋਰ ਮਸਲਿਆਂ ਤੇ ਗੱਲ ਕਰਦੇ ਨੇ, ਹੁਣ ਅੱਜ ਮਾਣੂਕੇ ਮੈਡਮ ਵੀ ਆਏ ਨੇ, ਉਹਨਾਂ ਵੀ ਸ਼ਾਇਦ ਹੋਰ ਮਸਲੇ ਤੇ ਗੱਲ ਕੀਤੀ। ਇਹ ਮਸਲਾ ਤਾਂ ਤਕਰੀਬਨ ਸਾਰੀਆਂ ਪਾਰਟੀਆਂ ਹੀ ਭੁੱਲ ਗਈਆਂ। ਜਿਵੇਂ ਤੁਹਾਡਾ ਇੱਕ ਤੁਹਾਡਾ ਸਵਾਲ ਹੈ, ਇੱਕ ਤੁਹਾਡੀ ਅਪੀਲ ਵੀ ਹੈ ਵੀ ਜਿਹੜੀਆਂ ਸਿਆਸੀ ਧਿਰਾਂ ਦੇ ਆਗੂ ਨੇ ਇਹੋ ਜਿਹੇ ਮਸਲੇ ਸਿਰਫ ਤੇ ਸਿਰਫ ਚੋਣਾਂ ਦੇ ਨੇੜੇ ਵੋਟ ਬੈਂਕ ਨੂੰ ਅੱਗੇ ਰੱਖ ਕੇ ਕਰਦੇ ਨੇ, ਤੇ ਕੀ ਤੁਹਾਡੀ ਪਾਰਟੀ ਵੀ ਇਸ ਵਿੱਚ ਸ਼ਾਮਲ ਨਹੀਂ ਲੱਗਦੀ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਇੱਥੇ ਐਜ਼ ਏ ਕੋਈ ਪਾਰਟੀ ਦਾ ਨੁਮਾਇੰਦਾ ਨਹੀਂ ਆਇਆ। ਮੈਂ ਕਲੀਅਰ ਕਰਦਾ, ਮੈਂ ਇੱਥੇ ਇੱਕ ਪਾਰਟੀ ਸ਼ਾਮਲ ਲੱਗਦੀ ਹੈ ਕਿ ਨਹੀਂ, ਇੱਕ ਸਵਾਲ ਦਾ ਨਹੀਂ, ਮੈਂ ਉਹੀ ਕਹਿ ਰਿਹਾ ਕਿ ਮੈਂ ਹਜੇ ਤੱਕ ਮੈਂ 3 ਵਾਰੀ ਤਾਂ ਚੀਮਾ ਸਾਹਿਬ ਨੂੰ ਮਿਲ ਚੁੱਕਿਆ। ਤਕਰੀਬਨ ਆਮ ਆਦਮੀ ਪਾਰਟੀ ਹਰ ਤੀਸਰੇ ਦਿਨ ਪ੍ਰੈਸ ਕਾਨਫਰੰਸ ਕਰਦੀ ਹੈ। ਉਹਨਾਂ ਦਾ ਸਪੈਸ਼ਲ PR ਵਿੰਗ ਬੜਾ ਐਕਟਿਵ ਹੈ, ਰੋਜ਼ਾਨਾ ਕਰਦੇ, ਅੱਜ ਵੀ ਸੀਗੇ। ਤੇ ਇਹ ਮਸਲੇ ਉਹਨਾਂ ਨੇ, ਜਿਵੇਂ ਤੁਸੀਂ ਭਾਵਨਾ ਵਿਅਕਤ ਕੀਤੀ ਹੈ ਸਿਆਸੀ ਧਿਰਾਂ ਤੋਂ, ਤੇ ਤੁਹਾਡੀ ਪਾਰਟੀ ਦਾ ਵੀ ਰੋਲ ਉਹਨਾਂ ਦੇਖੋ ਵਧੀਆ ਨਹੀਂ ਕਿਹਾ ਜਾ ਸਕਦਾ। ਦੇਖੋ, ਮੈਂ ਤੁਹਾਨੂੰ ਉਹੀ ਗੱਲ ਕਹਿਣਾ ਹੈ ਕਿ ਰਾਈਟ ਨਾਓ ਅੱਜ ਤਾਂ ਮੈਂ ਇੱਥੇ ਪਾਰਟੀ ਦੇ ਪਲੇਟਫਾਰਮ ਤੇ ਤਾਂ ਆਇਆ ਨਹੀਂ, ਨੰਬਰ 1। ਨੰਬਰ 2, ਮੇਰਾ ਸਵਾਲ ਸਭ ਨੂੰ ਹੈ। ਮੈਂ ਇੱਥੇ ਕੋਈ ਧਿਰ ਦੇ ਨਾਂ ਤੇ ਜਾਂ ਕੋਈ ਕਿਸੇ ਪੋਲੀਟੀਕਲ ਪਾਰਟੀ ਦੇ ਪਲੇਟਫਾਰਮ ਤੇ ਨਹੀਂ ਆਇਆ। ਮੈਂ ਇੱਥੇ ਇੱਕ ਸੋਸ਼ਲ ਐਕਟਿਵਿਸਟ ਦੇ ਨਾਂ ਤੇ ਬੈਠਾ, ਨੰਬਰ 1। ਨੰਬਰ 2, ਮੇਰੀ ਬੇਨਤੀ ਤਾਂ ਸਾਰੇ ਲੀਡਰਸ ਨੂੰ ਹੈ ਕਿ ਜਿਹੜਾ ਵੀ ਲੀਡਰ ਇਹ ਮੁੱਦੇ ਦੀ ਗੱਲ ਕਰਦਾ ਹੈ, ਜਿਹੜਾ ਵੀ ਲੀਡਰ ਕਹਿੰਦਾ ਕਿ ਸਕਾਲਰਸ਼ਿਪ ਸਕੈਮ ਤੇ ਮੇਰੇ ਤੋਂ ਵੱਡਾ ਜੁਝਾਰੂ ਕੋਈ ਨਹੀਂ, ਮੈਂ ਇਸ ਮੁੱਦੇ ਨੂੰ ਅੱਗੇ ਲੈ ਕੇ ਜਾਊਂਗਾ, ਮੈਂ ਹੀ ਸਭ ਦਾ ਰਾਖਾ ਹੈ ਜੀ, ਤੇ ਉਹ ਸਭ ਨੂੰ ਮੇਰੀ ਹੱਥ ਬੰਨ੍ਹ ਕੇ ਤੁਹਾਡੇ ਚੈਨਲ ਥਰੂ ਬੇਨਤੀ ਹੈ, ਜੇ ਕੋਈ ਪਾਰਟੀ ਹੋਵੇ, ਕਿਉਂਕਿ ਇਹ ਮਸਲਾ ਪਾਰਟੀਆਂ ਦਾ ਨਹੀਂ, ਇਹ ਮਸਲਾ ਪੰਜਾਬ ਦੇ ਭਵਿੱਖ ਦਾ ਹੈ, ਪੰਜਾਬ ਦੇ ਬੱਚਿਆਂ ਦਾ ਹੈ, ਪੰਜਾਬ ਦੇ SC ST OBC ਦੇ ਬੱਚਿਆਂ ਦੇ ਭਵਿੱਖ ਦਾ ਹੈ। ਮੈਂ ਤਾਂ ਹੀ ਕਹਿੰਦਾ ਕਿ ਹਰ ਇੱਕ ਪਾਰਟੀ ਦਾ ਉਹ MLA MP ਜਿਹੜਾ ਕਿ ਲੋਕ ਹਿੱਤ ਦੀ ਗੱਲ ਕਰਦਾ ਹੈ, ਜਿਹੜਾ ਇਸ ਮੁੱਦੇ ਦੀ ਗੱਲ ਕਰਨਾ ਚਾਹੁੰਦਾ ਹੈ, ਉਹ ਆਪਣੇ ਏਰੀਆ ਦੇ ਬੱਚੇ ਆਇਡੈਂਟੀਫਾਈ ਕਰੇ। ਉਹਦੇ ਵਿੱਚ ਸਾਰੀ ਪਾਰਟੀਆਂ ਆ ਗਈਆਂ, ਬੱਚੇ ਆਇਡੈਂਟੀਫਾਈ ਕਰੇ, ਆਇਡੈਂਟੀਫਾਈ ਕਰਕੇ ਉਹ ਬੱਚਿਆਂ ਨੂੰ ਥਾਣੇ ਤੱਕ ਲੈ ਕੇ ਜਾਏ, ਪੁਲਿਸ ਕੰਪਲੇਂਟ ਫਾਈਲ ਕਰਾਏ, ਤਾਂ ਅਸਲ ਮੁੱਦਾ ਇਹ ਸੋਲਵ ਹੋਣਾ ਹੈ। ਸਿਰਫ ਰੌਲਾ ਪਾ ਕੇ ਜਾਂ ਵੋਟ ਬੈਂਕ ਦੀ ਰਾਜਨੀਤੀ ਨਾਲ ਨਹੀਂ ਹੋਣਾ। ਮੈਂ ਤੁਹਾਨੂੰ ਫਿਰ ਇਹ ਬਾਤ ਕਹਿ ਰਿਹਾ। ਦੂਜੀ ਗੱਲ, ਤੁਸੀਂ ਕੈਂਥ ਸਾਹਿਬ ਦੀ ਗੱਲ ਕੀਤੀ, ਦੁੱਲੋ ਸਾਹਿਬ ਦੀ ਗੱਲ ਕੀਤੀ। ਜਦੋਂ ਇਹ ਮੁੱਦਾ ਮੈਂ ਚੱਕ ਰਿਹਾ ਸੀਗਾ ਤੇ ਮੇਰੀ ਕੈਂਥ ਸਾਹਿਬ ਨਾਲ ਵੀ ਗੱਲ ਹੋਈ ਸੀ ਫੋਨ ਤੇ। ਇਜ਼ ਅ ਵੈਰੀ ਨਾਈਸ ਪਰਸਨ, ਬੜੇ ਵਧੀਆ ਇਨਸਾਨ ਨੇ। ਉਹ ਵੀ ਆਪਣੇ ਲੈਵਲ ਤੇ ਇੱਕ ਮੁੱਦਾ ਚੱਕ ਰਹੇ ਨੇ। ਉਹਨਾਂ ਨੇ ਵੀ ਕਈ ਰਿਪਰੈਜ਼ੈਂਟੇਸ਼ਨ ਵਗੈਰਾ ਜਿਹੜੀਆਂ ਦਿੱਤੀਆਂ ਨੇ, ਕੈਂਥ ਸਾਹਿਬ ਨੇ ਵੀ। ਸੋ ਉਹ ਮੈਂ ਉਹਨਾਂ ਨੂੰ ਇਹ ਨਹੀਂ ਕਹੂੰਗਾ ਕਿ ਉਹ ਕਿਸ ਲੈਵਲ ਤੇ ਚੱਕ ਰਹੇ, ਕਿਸ ਤਰੀਕੇ ਨਾਲ ਚੱਕ ਰਹੇ, ਸਭ ਦਾ ਆਪਣਾ ਆਪਣਾ ਢੰਗ ਹੈ। ਮੈਂ ਇੱਥੇ ਅੱਜ ਤੁਹਾਨੂੰ ਇਹ ਸਪਸ਼ਟ ਕਰ ਦੇਣਾ ਚਾਹੁੰਦਾ, ਦੇਖੋ, ਨਾ ਤਾਂ ਮੈਂ ਕਦੇ ਕੋਈ ਪੰਚੀ ਦਾ ਇਲੈਕਸ਼ਨ ਲੜਿਆ, ਨਾ ਸਰਪੰਚੀ ਦਾ, ਨਾ ਕੋਈ ਇੱਛਾ। MLA MP ਵਾਲਾ ਤਾਂ ਵਰਕ ਹੀ ਪਾੜ ਦੋ। ਤੁਸੀਂ ਆਮ ਆਦਮੀ ਪਾਰਟੀ ਦੇ ਬੁਲਾਰੇ ਤਾਂ ਰਹੇ ਹੋ ਪੰਜਾਬ ਦੇ। ਮੈਂ ਇੱਕ ਸੋਸ਼ਲ ਐਕਟਿਵਿਸਟ ਹੈ ਜੀ, ਨਾਲ ਨੋ ਡਾਊਟ ਮੈਂ ਇੱਕ ਪਾਰਟੀ ਦਾ ਨਿਮਾਣਾ ਜਾਂ ਛੋਟਾ ਜਿਹਾ ਵਲੰਟੀਅਰ ਹੈ। ਪੰਜਾਬ ਦੇ ਬੁਲਾਰੇ ਵੀ ਰਹੇ ਹੋ। ਮੈਂ ਉਹੀ ਕਹਿਣਾ ਨਾ ਜੀ, ਮੈਂ ਕਿਸੇ ਵੀ ਪਾਰਟੀ ਹੋਵੇ ਚਾਹੇ, ਮੈਂ ਉਸ ਪਾਰਟੀ ਦਾ, ਮੈਂ ਸਪਸ਼ਟ ਕਹਿ ਦੇਣਾ, ਮੈਂ ਇੱਕ ਆਮ ਆਦਮੀ ਪਾਰਟੀ ਦਾ ਛੋਟਾ ਜਿਹਾ ਵਲੰਟੀਅਰ ਹੈ, ਛੋਟਾ ਜਿਹਾ ਵਰਕਰ ਹੈ। ਅਰਵਿੰਦ ਕੇਜਰੀਵਾਲ ਜੀ ਦੀ ਸੋਚ ਔਰ ਆਈਡੀਓਲੋਜੀ ਔਰ ਨੀਤੀਆਂ ਨੂੰ ਲੈ ਕੇ ਮੈਂ ਅੱਗੇ ਚੱਲ ਰਿਹਾ ਹਾਂ, ਉਹ ਮੈਂ ਚੱਲਦਾ ਰਹੂੰਗਾ। ਹਾਂ, ਜੋ ਸੱਚ ਹੈ, ਜੋ ਸੱਚ ਦੀ ਆਵਾਜ਼ ਹੈ, ਜੋ ਪੰਜਾਬ ਦੀ ਆਵਾਜ਼ ਹੈ, ਉਹ ਹਮੇਸ਼ਾ ਅਸੀਂ ਪੰਜਾਬੀ ਆਪਣੇ ਤਰੀਕੇ ਨਾਲ ਬੁਲੰਦ ਕਰਦੇ ਰਵਾਂਗੇ। ਹੁਣ ਤੁਸੀਂ ਯਾਨੀ ਕਿ ਜਿਵੇਂ ਤੁਸੀਂ ਕਲੀਅਰ ਕੀਤਾ ਕਿ ਹੁਣ ਪਾਰਟੀ ਦੇ ਤੌਰ ਤੇ, ਪਾਰਟੀ ਦੇ ਵਲੰਟੀਅਰ ਤੁਸੀਂ ਕਿਹਾ ਹੈ, ਵਲੰਟੀਅਰ ਦੇ ਤੌਰ ਤੇ ਨਹੀਂ, ਪੰਜਾਬ ਦੇ ਤੁਸੀਂ ਸਾਬਕਾ ਬੁਲਾਰੇ ਹੋ। ਹੁਣ ਤੁਸੀਂ ਐਜ਼ ਏ ਐਕਟਿਵਿਸਟ ਯਾਨੀ ਜਨਹਿਤ ਪਟੀਸ਼ਨ ਪਾਈ ਹੈ, ਇਹ ਤੁਸੀਂ ਚਾਹੁੰਦੇ ਆ ਵੀ ਕਿਤੇ ਨਾ ਕਿਤੇ ਤੁਹਾਨੂੰ ਲੱਗਿਆ ਤਾਂ ਹੈ ਨਾ ਵੀ ਪਾਰਟੀਆਂ ਪੂਰੀ ਇਹਦੀ ਪੈਰਵੀ ਨਹੀਂ ਕਰਦੀਆਂ, ਕੁਝ ਵੋਟ ਬੈਂਕ ਦੀ ਰਾਜਨੀਤੀ ਕਿ ਉਹਨਾਂ ਦੀ ਮਜਬੂਰੀ ਹੈ ਜਾਂ ਉਹਨਾਂ ਦਾ ਨਿਸ਼ਾਨਾ ਹੈ, ਇਹ ਕਰਦੀਆਂ ਨੇ, ਵੀ ਇਹਨੂੰ ਸਿਰੇ ਤੱਕ ਲੈ ਕੇ ਜਾਣਾ ਚਾਹੀਦਾ। ਦੇਖੋ, ਜਿਹੜੀ ਮੈਂ ਪਹਿਲਾਂ ਸਪਸ਼ਟ ਕਰਦਾ, ਜਨਹਿਤ ਯਾਚਕਾ ਕਿਵੇਂ ਪੈਂਦੀ ਹੈ ਜੀ। ਜਨਹਿਤ ਯਾਚਕਾ ਕਦੇ ਵੀ ਪੋਲੀਟੀਕਲ ਪਲੇਟਫਾਰਮ ਤੇ ਨਹੀਂ ਪੈਂਦੀ। ਜੇ ਕੋਈ ਪੋਲੀਟੀਕਲ ਪਾਰਟੀ ਜਨਹਿਤ ਯਾਚਕਾ ਪਾਉਂਦੀ ਹੈ ਤਾਂ ਪਹਿਲਾ ਆਬਜੈਕਸ਼ਨ, ਈਵਨ ਕਿ ਮੇਰੀ ਇਸ ਪਟੀਸ਼ਨ 'ਚ ਵੀ ਮੇਰੇ ਫਸਟ ਆਰਗੂਮੈਂਟ 'ਚ ਜੋ ਐਡੀਸ਼ਨਲ ਐਡਵੋਕੇਟ ਜਨਰਲ ਪੰਜਾਬ ਸੀਗੇ, ਉਹਨਾਂ ਦਾ ਪਹਿਲਾ ਆਬਜੈਕਸ਼ਨ ਜਦੋਂ ਮੇਰੀ ਪਟੀਸ਼ਨ ਫਾਈਲ ਹੋਈ ਸੀ ਇਹ ਸੀਗਾ ਜੀ, ਇਹ ਪਾਰਟੀ ਦਾ ਅਹੁਦੇਦਾਰ ਹੈ ਜੀ, ਆਮ ਆਦਮੀ ਪਾਰਟੀ ਦਾ ਅਹੁਦੇਦਾਰ ਹੈ ਜੀ, ਇਸ ਕਰਕੇ ਇਹ ਪੋਲੀਟੀਕਲੀ ਮੋਟੀਵੇਟਿਡ ਹੈਗੀ ਹੈ, ਇਹਨੂੰ ਐਕਸੈਪਟ ਨਾ ਕੀਤਾ ਜਾਵੇ। ਅਤੁਲ ਨੰਦਾ ਦੀ ਗੱਲ ਕਰਦੇ ਤੁਸੀਂ? ਨਹੀਂ, ਐਡੀਸ਼ਨਲ ਐਡਵੋਕੇਟ ਜਨਰਲ, ਐਡੀਸ਼ਨਲ ਐਡਵੋਕੇਟ ਜਨਰਲ। तो मैं भी खैर वकील प्रोफेशन तो इस करके मैं किसी का नाम नहीं लूँगा। सो पर
ਆਨਰੇਬਲ ਕੋਰਟ ਨੇ ਉਹਨਾਂ ਦੀ ਉਹ ਦਲੀਲ ਖਾਰਜ ਕੀਤੀ ਹੈ ਕਹਿ ਕੇ ਕਿ ਜੇ ਕੋਈ ਕਿਸੇ ਨਾਲ ਪੋਲੀਟੀਕਲ ਪਾਰਟੀ ਨਾਲ ਐਸੋਸੀਏਟਿਡ ਹੈਗਾ, ਇਟ ਡਜ਼ਨਟ ਮੀਨ ਕਿ ਉਹ ਪੰਜਾਬ ਦਾ ਮੁੱਦਾ, ਲੋਕ ਹਿੱਤ ਦਾ ਮੁੱਦਾ ਨਹੀਂ ਚੱਕ ਸਕਦਾ। ਇਹ ਨਹੀਂ ਹੋ ਸਕਦਾ, ਇਹ ਸੀਰੀਅਸ ਇਸ਼ੂ ਹੈ, ਤਾਂ ਅਸੀਂ ਇਹਨੂੰ ਐਕਸੈਪਟ ਕਰਦੇ ਹਾਂ ਤੇ ਉਹਨਾਂ ਨੇ ਨੋਟਿਸ ਕੀਤਾ। ਤੁਸੀਂ ਜਿਵੇਂ ਕਿਹਾ ਕਿ ਪੋਲੀਟੀਕਲ ਪਾਰਟੀ ਤੇ ਕੋਈ ਜਨਹਿਤ ਪਟੀਸ਼ਨ ਜਦੋਂ ਕਰਨੀ ਹੁੰਦੀ ਹੈ ਤਾਂ ਉਹਤੇ ਆਬਜੈਕਸ਼ਨ ਲੱਗਦਾ, ਪਰ ਪੋਲੀਟੀਕਲ ਪਾਰਟੀ ਕੋਲ ਹੋਰ ਬੜੇ ਤਰੀਕੇ ਨੇ ਆਪਦੀ ਗੱਲ ਰੱਖਣ ਦੇ, ਉਸ ਮਸਲੇ ਨੂੰ ਹਟਾਉਣ ਦੇ, ਉਸ ਮਸਲੇ ਨੂੰ ਤਹਿ ਤੱਕ ਜਾਣ ਦੇ, ਇਨਸਾਫ ਤੱਕ ਲਿਜਾਣ ਦੇ। ਤੇ ਆਪਣੀ ਤਾਂ ਫਿਰ ਵੀ ਆਪੋਜੀਸ਼ਨ ਪਾਰਟੀ 'ਚ ਬੈਠੇ ਆਪਾਂ, ਚੀਮਾ ਸਾਹਿਬ ਦੀ ਅਗਵਾਈ ਕਰਦੇ ਨੇ, ਡਿਪਟੀ ਮਾਣੂਕੇ ਜੀ ਉਹ ਵੀ ਅਗਵਾਈ ਕਰਦੇ ਨੇ। ਚੰਗੀ ਆਪਾਂ ਉਸ ਸਥਿਤੀ 'ਚ ਹੈਗੇ ਆ ਵਿਧਾਨ ਸਭਾ ਦੇ ਵਿੱਚ ਜਿੱਥੋਂ ਆਪਾਂ ਗੱਲ ਉਠਾ ਸਕਦੇ ਹਾਂ। ਚਲੋ ਤੁਹਾਡੀ ਗੱਲ ਤੁਹਾਡੇ ਹਿਸਾਬ ਨਾਲ ਨਿੱਜੀ ਤੌਰ ਤੇ ਮੰਨੀ ਜਾ ਸਕਦੀ ਹੈ, ਮੰਨਿਆ ਜਾ ਸਕਦਾ ਕਿ ਤੁਸੀਂ ਤੁਹਾਡੀ ਭਾਵਨਾ ਨੂੰ ਲੈ ਕੇ, ਮੈਂ ਤੁਹਾਡੇ ਸ਼ੱਕ ਨਹੀਂ ਕਰ ਰਿਹਾ, ਪਰ ਮੈਂ ਕਹਿੰਦਾ ਵੀ ਜੋ ਜ਼ਿੰਮੇਵਾਰੀਆਂ ਜਿਵੇਂ ਸਿਆਸੀ ਧਿਰ ਦੇ ਨਾਲ ਤੁਸੀਂ ਜੁੜੇ ਹੋਏ ਹੋ, ਉਹਦੇ ਵਲੰਟੀਅਰ ਹੋ, ਉਹਦੇ ਵੱਡੇ ਅਹੁਦੇ ਤੇ ਤੁਸੀਂ ਕੰਮ ਵੀ ਕਰ ਚੁੱਕੇ ਹੋ, ਤੇ ਇਸ ਕਰਕੇ ਇਹ ਸਵਾਲ ਵਾਜਿਬ ਸੀਗਾ ਤੇ ਤੁਹਾਡੀ ਆਪਦੀ ਤੁਸੀਂ ਜਵਾਬ ਦੇ ਦਿੱਤਾ। ਚਲੋ ਦੇਖਦੇ ਹਾਂ ਦਰਸ਼ਕ ਇਸ ਨੂੰ ਕਿਸ ਹਿਸਾਬ ਨਾਲ ਦੇਖਦੇ ਆ। ਮੋਰਓਵਰ ਮੈਂ ਕਲੀਅਰ ਵੀ ਕਰ ਦਿੰਦਾ, ਦੇਖੋ ਪਾਰਟੀ ਨੇ ਆਪਣੇ ਲੈਵਲ ਤੇ ਮੁੱਦਾ ਜਿਸ ਤਰ੍ਹਾਂ ਚੱਕਣਾ ਹੈ, ਉਹ ਜਿਵੇਂ ਪੋਲੀਟੀਕਲ ਪਲੇਟਫਾਰਮ ਤੇ ਆਇਆ ਹੁੰਦਾ, ਜਿਵੇਂ ਪਾਰਟੀ ਦੇ ਪਲੇਟਫਾਰਮ ਤੇ ਆਇਆ ਹੁੰਦਾ, ਮੈਂ ਤੁਹਾਨੂੰ ਸਪਸ਼ਟ ਵੀ ਕਰ ਦਿੰਦਾ ਕਿ ਪਾਰਟੀ ਨੇ ਕਿੱਥੇ ਕਿਵੇਂ ਮੁੱਦਾ ਰੱਖਿਆ ਜਾਂ ਚੱਕਿਆ ਹੋਏਗਾ। ਤੇ ਤੁਸੀਂ ਪਾਰਟੀ ਦੇ ਵਲੰਟੀਅਰ ਹੁਣ ਕਰਦੇ ਹੋ? ਨਹੀਂ, ਮੈਂ ਦੇਖੋ ਥੋੜਾ ਜਿਹਾ ਤੁਸੀਂ ਕਰਦੇ ਹੋ ਨਾ ਪਤਾ ਕੀ ਹੁੰਦਾ, ਦੇਖੋ ਹੁਣ ਸੁਣੋ ਸਿਆਸੀ ਧਿਰਾਂ ਦੇ ਵੱਡੇ ਆਗੂ, ਸੁਣ ਲਓ, ਸਿਆਸੀ ਧਿਰਾਂ ਦੇ ਵੱਡੇ ਆਗੂ ਇਹ ਕਹਿੰਦੇ ਵੀ ਇਹ ਤਾਂ ਮੇਰੀ ਨਿੱਜੀ ਰਾਏ ਹੈ, ਆਹ ਪਾਰਟੀ ਦਾ ਪੱਖ ਹੈ, ਤੇ ਜੇ ਇੱਥੋਂ ਕੋਈ ਐਸੇ ਕੰਮ ਕੀਤੇ ਤਾਂ ਥੋੜਾ ਦੱਸਣ 'ਚ ਕੀ ਹਰਜ ਨਹੀਂ। ਪਤਾ ਕੀ ਗੱਲ, ਦੇਖੋ ਜੀ ਮੈਂ ਫਿਰ ਉਹੀ ਗੱਲ ਕਹਿੰਦਾ, ਤੁਸੀਂ ਵਲੰਟੀਅਰ ਤਾਂ ਰਹੋਗੇ ਨਾ। ਇੱਕ ਪਾਰਟੀ, ਜੇ ਹੁਣ ਮੇਰੀ ਗੱਲ ਸੁਣੋ, ਇੱਕ ਅਫਸਰ ਨੂੰ 4 ਮਹਿਕਮੇ ਦੇ ਦਿੱਤੇ ਜਾਣ, ਉਹ ਚਾਰਾਂ ਦੀ ਗੱਲ ਕਰ ਸਕਦਾ, ਤੁਹਾਡੇ ਕੋਲ 2 ਮਹਿਕਮੇ ਤਾਂ ਹੈਗੇ ਹੀ ਹੈ। ਨਹੀਂ ਦੇਖੋ, ਇੱਕ ਨਾ ਮਰਿਆਦਾ ਹੁੰਦੀ ਹਰੇਕ ਪੋਲੀਟੀਕਲ ਪਾਰਟੀ ਦੀ ਜੀ। ਜਿਵੇਂ ਪਾਰਟੀ ਦਾ ਬੁਲਾਰਾ ਹੁੰਦਾ, ਆਫੀਸ਼ੀਅਲ ਸਾਬਕਾ ਬੁਲਾਰੇ ਤਾਂ ਹੈਗੇ, ਵਲੰਟੀਅਰ ਤੁਸੀਂ ਹੈਗੇ ਹੋ। ਨਹੀਂ, ਇਹ ਡਿਫਰੈਂਸ ਹੈ। ਜੇ ਮੈਂ ਆਫੀਸ਼ੀਅਲ ਸਪੋਕਸਮੈਨ ਹੁੰਦਾ ਤਾਂ ਮੈਂ ਆਥੋਰਾਈਜ਼ ਹੁੰਦਾ ਪਾਰਟੀ ਦੀ ਹਰ ਗੱਲ ਮੀਡੀਆ 'ਚ ਰੱਖਣ ਵਾਸਤੇ। ਤੋ ਅੱਜ ਮੈਂ ਆਫੀਸ਼ੀਅਲ ਨਹੀਂ ਹੈਗਾ। ਮੋਰਓਵਰ ਅੱਜ ਮੈਂ ਜੋ ਬੈਠਾ ਹੈ ਉਹ ਬੈਠਾ ਇੱਕ ਆਮ, ਆਪਣਾ ਜਿਹਨੂੰ ਕਹਿੰਦੇ ਆ ਆਮ ਪੰਜਾਬ ਦਾ ਨਾਗਰਿਕ, ਇੱਕ ਸੋਸ਼ਲ ਵਰਕਰ ਦੇ ਤੌਰ ਤੇ ਬੈਠਾ ਹੈ। ਮੋਰਓਵਰ ਵਲੰਟੀਅਰਸ ਕੋਲ ਵੀ ਇੰਨੇ ਰਾਈਟ ਨਹੀਂ ਹੁੰਦੇ ਕਿ ਉਹ ਹਰ ਗੱਲ ਮੀਡੀਆ 'ਚ ਪਾਰਟੀ ਦੀ ਡਿਸਕਸ ਕਰ ਸਕੇ। ਯਾਨੀ ਤੁਸੀਂ ਆਮ ਆਦਮੀ ਪਾਰਟੀ ਦੇ ਆਮ ਆਦਮੀ ਹੋ। ਹਾਂ, ਆਪਾਂ ਇਹ ਕਹਿ ਸਕਦੇ ਹਾਂ। ਤੁਹਾਨੂੰ ਕੁਝ ਗੱਲਾਂ ਦਾ ਅਧਿਕਾਰ ਨਹੀਂ ਹੈ। ਅਧਿਕਾਰ ਖੇਤਰ ਦਾ ਫਰਕ ਹੁੰਦਾ। ਚਲੋ ਬਾਕੀ ਸਤਵੀਰ ਵਾਲੀਆ ਜੀ ਦੀਆਂ ਗੱਲਾਂ ਦਾ ਫੈਸਲਾ ਦਰਸ਼ਕ ਕਰਨਗੇ, ਪੰਜਾਬ ਦੇ ਲੋਕ ਕਰਨਗੇ। ਇਹਨਾਂ ਦਾ ਇੱਕ ਬਹੁਤ ਵੱਡਾ ਸਵਾਲ ਹੈ ਕਿ ਸਿਆਸੀ ਧਿਰਾਂ ਬਹੁਤ ਮਸਲੇ ਚੋਣਾਂ ਦੇ ਨੇੜੇ ਜਾਂ ਸਿਆਸੀ ਹਿੱਤਾਂ ਨੂੰ ਲੈ ਕੇ ਕਰਦੇ ਨੇ। ਜਿਵੇਂ ਕਿ ਹੁਣ ਪਿਛਲੇ 15-20 ਦਿਨਾਂ ਤੋਂ ਸੱਤਾ ਧਿਰ ਪਾਰਟੀ ਦੇ ਵਿੱਚ ਬੇਅਦਬੀ ਮਾਮਲੇ ਨੂੰ ਲੈ ਕੇ, ਗੋਲੀ ਕਾਂਡ ਨੂੰ ਲੈ ਕੇ ਮਾਮਲਾ ਪਖਾਇਆ ਹੋਇਆ। ਸੈਂਟਰ ਦੇ ਬੰਦੇ ਆ ਕੇ ਸਮਝੌਤਾ ਕਰਨ ਨੂੰ ਫਿਰਦੇ ਨੇ, ਪਰ ਉਹਨਾਂ ਦਾ ਕਿਤੇ ਨਾ ਕਿਤੇ ਜਿਹੜੇ ਜਾਣਕਾਰ ਨੇ ਉਹਨਾਂ ਦਾ ਮੰਨਣਾ ਇਹ ਹੈ ਕਿ ਜਿਹੜੇ ਹੁਣ ਇਹ ਮੰਤਰੀ, ਵਜ਼ੀਰ, MLA ਹੁਣ ਮੁੱਦਾ ਉਠਾ ਰਹੇ ਆ 4.5 ਸਾਲ ਤੋਂ ਬਾਅਦ ਉਠਾ ਰਹੇ ਆ, ਤਾਂ ਉੱਥੇ ਇਹਨਾਂ ਦਾ ਨਿਸ਼ਾਨਾ ਲੋਕ ਹਿੱਤ ਨਹੀਂ ਜ਼ਿਆਦਾ, ਯਾਨੀ ਕਿ ਆਪਦੇ ਵੋਟ ਬੈਂਕ ਦਾ ਵੀ ਕੱਲ ਨੂੰ ਉਹ ਜੇ ਵਿਧਾਨ ਸਭਾ ਚੋਣ 'ਚ ਉਤਰਨਗੇ ਤਾਂ ਕੀ ਮੂੰਹ ਲੈ ਕੇ ਲੋਕਾਂ ਕੋਲੇ ਜਾਣਗੇ, ਕਿਉਂਕਿ ਧਰਮ ਤੇ ਲੋਕਾਂ ਦਾ ਜਿਹੜਾ ਆਸਥਾ ਹੈ ਉਹ ਹਰ ਵਾਰੀ ਸਰਕਾਰ ਬਣਾਉਣ 'ਚ ਬਹੁਤ ਵੱਡਾ ਯੋਗਦਾਨ ਪਾਉਂਦਾ ਹੈ। ਕਿਉਂਕਿ ਇਸ ਦੇ ਨਾਲ ਕਿਸਾਨ ਅੰਦੋਲਨ ਵੀ ਚੱਲਿਆ ਹੋਇਆ ਹੈ। 2 ਮੁੱਦਿਆਂ ਨੂੰ ਲੈ ਕੇ ਕਿਸਾਨ ਅੰਦੋਲਨ ਤੇ ਤਾਂ ਸੱਤਾ ਤੇ ਕਿਤੇ ਨਾ ਕਿਤੇ ਪਾਸੇ ਨਿਕਲ ਜਾਏਗੀ, ਪਰ ਜਿਹੜੇ ਬੇਅਦਬੀ ਮਾਮਲੇ ਦੇ, ਧਰਮ ਦੇ ਮਾਮਲੇ ਦੇ, ਜਿਹੜੇ ਇਨਸਾਫ ਦੀ ਗੱਲ, ਜਿਸ ਚੀਜ਼ ਨੂੰ ਲੈ ਕੇ ਸਰਕਾਰ ਸੱਤਾ ਵਿੱਚ ਆਈ ਸੀਗੀ, ਉਸ ਨੂੰ ਲੈ ਕੇ ਬਹੁ ਗਿਣਤੀ MLA, ਵਜ਼ੀਰ ਲੱਗੇ ਹੋਏ ਨੇ। ਉਸੇ ਤਰ੍ਹਾਂ ਹੀ ਵਾਲੀਆ ਸਾਹਿਬ ਦਾ ਕਹਿਣਾ ਹੈ ਕਿ ਸਿਆਸੀ ਧਿਰਾਂ ਨੂੰ ਜਿਹੜੇ ਇਹੋ ਜਿਹੇ ਮਸਲੇ ਨੇ, ਹੁਣ ਲੋੜਵੰਦ ਬੱਚਿਆਂ ਲਈ ਇੱਕ ਕੇਂਦਰ ਸਰਕਾਰ ਫੰਡ ਜਾਰੀ ਕਰਦੀ ਹੈ, ਉਸ ਨੂੰ ਸੱਤਾ ਧਿਰ ਦੇ ਮੰਤਰੀ ਤੇ ਅਧਿਕਾਰੀ ਮਿਲ ਕੇ ਇਸ ਤਰ੍ਹਾਂ ਹਜਮ ਕਰ ਜਾਂਦੇ ਨੇ ਕਿ ਮੁੜ ਕੇ ਡਕਾਰ ਵੀ ਨਹੀਂ ਲੈਂਦੇ। ਯਾਨੀ ਉਹ ਜੇ ਡਕਾਰ ਨਹੀਂ ਲੈਂਦੇ ਤਾਂ ਸਾਡੇ ਕਾਨੂੰਨ, ਸਾਡੇ ਨੁਮਾਇੰਦੇ ਇਸ ਡਕਾਰ ਨੂੰ ਦੇਖਣ, ਉਹ ਤੋਂ ਕੱਢਣ ਵੀ ਕਿੰਨਾ ਕੁਝ ਹਜਮ ਕੀਤਾ ਤੇ ਉਹ ਚੀਜ਼ ਇਨਸਾਫ ਤੇ ਪਹੁੰਚੀ। ਤੇ ਸਿਆਸੀ ਧਿਰਾਂ ਨੂੰ ਵੋਟਾਂ ਨੂੰ ਛੱਡ ਕੇ ਥੋੜਾ ਅਜਿਹੇ ਜਿਹੇ ਮਸਲਿਆਂ ਤੇ ਵੀ ਧਿਆਨ ਦੇਣਾ ਚਾਹੀਦਾ
ਧਿਆਨ ਹੀ ਨਹੀਂ ਦੇਣਾ, ਉਸ ਨੂੰ ਇੱਕ ਤਹਿ ਤੱਕ ਜਾ ਕੇ ਇਨਸਾਫ ਤੱਕ ਲੈ ਕੇ ਜਾਣਾ, ਅਮਲ ਤੱਕ ਲੈ ਕੇ ਜਾਣਾ। ਇਹ ਤਾਂ ਇਹਨਾਂ ਦੀ ਭਾਵਨਾ ਸੀਗੀ। ਤੇ ਹੁਣ ਲੱਗਦਾ ਕਿ ਦਰਸ਼ਕ ਜੋ ਜਾਣਕਾਰੀਆਂ ਇਹਨਾਂ ਤੋਂ ਮਿਲੀਆਂ ਨੇ ਉਹ ਵੀ ਜਾਗਰੂਕ ਹੋਣਗੇ ਤੇ ਸਿਆਸੀ ਧਿਰਾਂ ਦੇ ਨੁਮਾਇੰਦੇ ਵੀ ਇਹਨਾਂ ਦੀ ਅਪੀਲ ਨੂੰ ਮੰਨਣਗੇ ਤੇ ਸੱਤਾ 'ਚ ਬੈਠੀ ਪਾਰਟੀ ਜ਼ਰੂਰ ਸਮਝੇਗੀ ਕਿ ਉਹਨਾਂ ਦੇ ਵਜ਼ੀਰ ਦੇ ਮਹਿਕਮੇ ਵੀ ਉਹੀ ਨੇ, ਉਹਨਾਂ ਇਹ ਚੀਜ਼ ਚੰਦ ਅਧਿਕਾਰੀਆਂ ਤੇ ਪਾਂਡਾ ਫੋੜ ਕੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੇ ਹੁਣ ਇਹਨਾਂ ਨੇ ਅਦਾਲਤ ਤੇ ਇੱਕ ਭਰੋਸਾ ਰੱਖਿਆ ਹੈ। ਅਦਾਲਤ ਦੇ ਵਿੱਚ ਕੀ ਫੈਸਲਾ ਆਉਂਦਾ ਆਉਣ ਵਾਲੇ ਦਿਨਾਂ 'ਚ ਦੇਖਿਆ ਜਾਏਗਾ। ਉਸ ਤੋਂ ਬਾਅਦ ਵਾਲੀਆ ਸਾਹਿਬ, ਅਦਾਲਤਾਂ ਵੀ ਭਾਰਤ ਸਰਕਾਰ 'ਚ 3 ਨੇ, ਵੱਡੀਆਂ ਅਦਾਲਤਾਂ ਨੇ, ਉਦੋਂ ਜੇ ਇੱਥੇ ਨਹੀਂ ਮਿਲਦਾ ਤਾਂ ਅੱਗੇ ਵੀ ਜਾਣਗੇ। ਤਾਂ ਇਸ ਨੂੰ ਅਸੀਂ ਉਮੀਦ ਕਰਦੇ ਹਾਂ ਕਿ ਇਸ ਮਸਲੇ ਨੂੰ ਇਨਸਾਫ ਤੱਕ ਲੈ ਕੇ ਜਾਣਗੇ। ਲਗਾਤਾਰ ਦੇਖਦੇ ਰਹੋ ਸਕਾਈ ਨਿਊਜ਼ ਪੰਜਾਬ।